चलिया गया तो उन्हें अपने टहलियां विचों 2 जने ਅਤੇ ਉਹਨਾਂ ਵਿੱਚੋਂ ਜਿਹੜੇ ਨਿਤ ਉਹਦੇ ਕੋਲ ਰਹਿੰਦੇ ਸਨ ਇੱਕ ਧਰਮ ਦੇ ਸਿਪਾਹੀ ਨੂੰ ਸੱਦਿਆ ਅਤੇ ਸਭ ਗੱਲਾਂ ਉਹਨਾਂ ਨੂੰ ਜਾ ਕੇ ਯਾਪਾ ਨੂੰ ਕੱਲਿਆ। ਦੂਜੇ ਦਿਨ ਜਾਓ ਰਾਹ ਵਿੱਚ ਚਲੇ ਜਾਂਦੇ ਸਨ। ਬਸ ਅੱਜ ਅਸੀਂ ਦੇਖਾਂਗੇ ਕੁਰਨੇਲੀਅਸ ਦਾ ਚਰਿੱਤਰ। ਪ੍ਰੇਰਿਤਾਂ ਦੇ ਕੰਮ 10 ਬਾਬ ਦੇ ਵਿੱਚ 2 ਦਿਲਾਂ ਨੂੰ ਬਦਲੇ ਹੋਏ ਲੋਕਾਂ ਦੀ ਕਹਾਣੀ ਹੈ। ਪਰਮੇਸ਼ਰ ਨੇ ਸਿਰਫ ਇੱਕ ਬੰਦੇ ਦੇ ਦਿਲ ਨੂੰ ਹੀ ਨਹੀਂ ਬਦਲਿਆ, 2 ਬੰਦਿਆਂ ਦੇ ਦਿਲ ਨੂੰ, ਮਨ ਨੂੰ ਪਰਮੇਸ਼ਰ ਕੀ ਕਰ ਰਿਹਾ ਸੀ? ਬਦਲ। ਪਹਿਲਾ ਸੀ ਪਰਮੇਸ਼ਰ ਨੇ ਕੁਰਨੇਲੀਅਸ ਦੇ ਮਨ ਨੂੰ ਆਪਣੇ ਵੱਲ ਖਿੱਚਿਆ। ਦੂਸਰਾ ਸੀ ਪਰਮੇਸ਼ਰ ਨੇ ਪਤਰਸ ਦੇ ਵੀ ਮਨ ਨੂੰ ਬਦਲਿਆ। ਹਾਲੇਲੂਇਆ, ਹਾਲੇਲੂਇਆ। ਇਹਨਾਂ ਦੋਨਾਂ ਦੀ ਕਹਾਣੀ ਜਾਂ ਖਾਸ ਕਰਕੇ ਕੁਰਨੇਲੀਅਸ ਦੀ ਕਹਾਣੀ ਅਸੀਂ ਇਸ ਪ੍ਰਕਾਰ ਨਾਲ ਦੇਖਦੇ ਹਾਂ। ਕੁਰਨੇਲੀਅਸ ਇੱਕ ਬਹੁਤ ਅੱਛਾ ਭਲਾ ਇੱਕ ਇਨਸਾਨ ਹੈ। ਜੇ ਮੈਂ ਕਹਾਂ ਬਹੁਤ ਸਾਰੇ ਮਸੀਹਾਂ ਨਾਲੋਂ ਵੀ ਬੈਟਰ ਹੈ। ਇਸ ਨੇ ਪ੍ਰਭੂ ਨੂੰ ਨਹੀਂ ਸੀ ਜਾਣਿਆ। ਜਾਣਨ ਦਾ ਮਤਲਬ ਹੈ ਇਹਨੇ ਹੁਣ ਤੱਕ ਬਪਤਿਸਮਾ ਨਹੀਂ ਲਿਆ, ਆਪਣੇ ਪਾਪਾਂ ਦੀ ਮਾਫੀ ਨਹੀਂ ਲਈ, ਬਪਤਿਸਮਾ ਨਹੀਂ ਲਿਆ, ਪਰ ਫਿਰ ਵੀ ਇਹਦਾ ਜੀਵਨ ਬਹੁਤ ਸਾਰੇ ਮਸੀਹਾਂ ਨਾਲੋਂ ਕੀ ਸੀ? ਚੰਗਾ ਸੀ। ਅੱਛਾ ਜੀ, ਐਸਾ ਹੈ ਮੌਸਮ ਥੋੜ੍ਹਾ ਬਦਲ ਰਿਹਾ, ਸੋ ਚੰਗਾ ਇਹ ਹੋਏਗਾ ਕਿ ਜੇ ਅਸੀਂ ਸਾਰੇ ਪੱਖੇ ਬੰਦ ਕਰ ਦਈਏ, ਨਾ ਤਾਂ ਤੁਸੀਂ ਬਿਮਾਰ ਹੋ, ਕਿਉਂਕਿ ਅਸੀਂ ਕੱਲ੍ਹ ਵੀ ਤੁਹਾਨੂੰ ਵੇਖਣਾ ਚਾਹੁੰਦੇ ਹਾਂ ਪਰਮੇਸ਼ਰ ਦੇ ਘਰ ਦੇ ਵਿੱਚ। ਸੋ ਇਸ ਲਈ ਜਿੰਨੇ ਪੱਖੇ ਬੰਦ ਕਰ ਦਿਓ, ਥੋੜ੍ਹਾ ਪਸੀਨਾ ਆਏਗਾ, ਕੋਈ ਗੱਲ ਨਹੀਂ, ਜਰ ਲਓ। ਇੱਧਰ ਵੀ ਬੰਦ ਕਰ ਦੇਣਾ। ਸੋ ਪਵਿੱਤਰ ਵਚਨ ਦੇ ਵਿੱਚ ਇਸ ਪ੍ਰਕਾਰ ਨਾਲ ਲਿਖਿਆ, ਪਹਿਲੀ ਆਇਤ ਵਿੱਚ ਲਿਖਿਆ, ਕੈਸਰੀਆ ਦੇ ਵਿੱਚ ਕੁਰਨੇਲੀਅਸ ਨਾਮਕ ਇੱਕ ਮਨੁੱਖ ਸੀ ਜੋ ਇਤਾਲੀਆਨੀ ਨਾਮਕ ਪਲਟਨ ਦਾ ਸੂਬੇਦਾਰ ਸੀ। ਲੇਕਿਨ ਉਹਦੇ ਬਾਰੇ ਲਿਖਿਆ ਉਹ ਇੱਕ ਭਗਤ ਮਨੁੱਖ ਸੀ। ਦੂਸਰੀ ਆਇਤ ਦੇ ਵਿੱਚ ਕੀ ਲਿਖਿਆ? ਪੜੋ। ਉਹ ਧਰਮੀ ਲੋਕ ਅਤੇ ਆਪਣੇ ਸਾਰੇ ਟੱਬਰ ਸਣੇ परमेश्वर ਦਾ ਡਰ ਰੱਖਣ ਵਾਲਾ ਸੀ। हिंदी में लिखा है वह भक्त था और अपने सारे घराने समेत परमेश्वर से डरता था। सो पहला ਅਸੀਂ ਦੇਖਾਂਗੇ ਕੁਰਨੇਲੀਅਸ ਦਾ ਚਰਿੱਤਰ ਕੈਸਾ ਸੀ। ਪਹਿਲੀ ਗੱਲ, ਕੁਰਨੇਲੀਅਸ ਇੱਕ ਭਗਤ ਬੰਦਾ ਸੀ। ਸਾਰੇ ਮੇਰੇ ਪਿੱਛੇ ਬੋਲੋ, ਕੁਰਨੇਲੀਅਸ ਇੱਕ ਭਗਤ ਆਦਮੀ ਸੀ। ਇੱਕ ਭਗਤ ਆਦਮੀ ਸੀ। ਕੌਣ ਸੀ? ਭਗਤ ਆਦਮੀ। ਅੱਛਾ, ਬੜਾ ਗੌਰ ਦੇ ਨਾਲ ਵਚਨ ਨੂੰ ਸੁਣਨਾ। ਕੁਰਨੇਲੀਅਸ ਇਟਲੀ ਰੈਜੀਮੈਂਟ ਦਾ ਇੱਕ ਸੂਬੇਦਾਰ ਹੈ, ਜਾਂ ਇੰਗਲਿਸ਼ ਦੇ ਵਿੱਚ ਲਿਖਿਆ ਹੀ ਵਾਜ਼ ਅ ਸੈਂਚੂਰੀਅਨ ਆਫ ਇਟਾਲੀਅਨ ਰੈਜੀਮੈਂਟ। ਅੱਜ ਦੇ ਜ਼ਮਾਨੇ ਦੇ ਵਿੱਚ ਤੁਸੀਂ ਕਹੋ ਤਾਂ ਸਾਡੇ ਆਰਮੀ ਦਾ ਕੈਪਟਨ ਹੈ। ਫੌਜ ਦਾ ਇੱਕ ਕੈਪਟਨ ਦਾ ਰੈਂਕ ਦੇ ਵਿੱਚ ਇਹ ਵਿਅਕਤੀ ਆਉਂਦਾ ਹੈ। ਔਰ ਇਹ ਕਿਹੜੀ ਸਰਕਾਰ ਦੇ ਅੰਡਰ ਕੰਮ ਕਰਦਾ ਹੈ? ਰੋਮ ਦੀ ਸਰਕਾਰ ਦੇ ਅੰਡਰ। ਰੈਜੀਮੈਂਟਸ ਅਲੱਗ ਅਲੱਗ ਹੈ, ਰੋਮ ਦੀ ਸਰਕਾਰ ਦਾ ਇਹ ਬੰਦਾ ਹੈ। ਇਸ ਦੇ ਅੰਡਰ ਕੰਮ ਕਰਨ ਵਾਲੇ ਲਗਭਗ 100 ਸਿਪਾਹੀ ਨੇ। ਇਹਦਾ ਮਤਲਬ ਇੱਕ ਆਮ ਆਦਮੀ ਨਹੀਂ ਹੈ, ਇੱਕ ਅੱਛਾ ਅਹੁਦੇਦਾਰ ਇੱਕ ਵਿਅਕਤੀ ਹੈ। ਰੋਮ ਦੀ ਸੈਨਾ ਕਈ ਗੱਲਾਂ ਦੇ ਲਈ ਬਦਨਾਮ ਸੀ। ਰੋਮ ਦੀ ਫੌਜ ਕਈ ਗੱਲਾਂ ਦੇ ਲਈ ਕੀ ਸੀ? ਬਦਨਾਮ ਸੀ। ਨੰਬਰ 1 ਬਦਨਾਮ ਇਹ ਸੀ, ਕਿਹਾ ਜਾਂਦਾ ਸੀ ਕਿ ਰੋਮ ਦੇ ਜਿਹੜੇ ਫੌਜੀ ਸਨ ਇਹ ਬੜਾ ਅਤਿਆਚਾਰ ਕਰਦੇ ਸਨ। ਕੀ ਕਰਦੇ ਸਨ? ਅਤਿਆਚਾਰ। ਬੇਗੁਨਾਹ ਲੋਕਾਂ ਨੂੰ ਵੀ ਇਹਨਾਂ ਨੇ ਫੜਨਾ ਔਰ ਬੜਾ ਮਾਰਨਾ ਕੁੱਟਣਾ। ਇਹ ਸੀ ਰੋਮ ਦੀ ਫੌਜ ਦਾ ਬਦਨਾਮੀ। ਦੂਸਰਾ, ਰੋਮ ਦੀ ਸਰਕਾਰ ਦੀ ਬਦਨਾਮੀ ਇਹ ਸੀ, ਇਹ ਲੋਕਾਂ ਕੋਲੋਂ ਧੱਕੇਸ਼ਾਹੀ ਦੇ ਨਾਲ ਪੈਸੇ ਲੈਂਦੇ ਸਨ। ਜ਼ੋਰ ਜ਼ਬਰਦਸਤੀ ਕਰਕੇ, ਗਲਾ ਘੁੱਟ ਕੇ, ਮਾਰ ਕੁੱਟ ਕੇ ਲੋਕਾਂ ਕੋਲੋਂ ਕੀ ਲੈਂਦੇ ਸਨ? ਪੈਸੇ ਲੈਂਦੇ ਸਨ। ਲੇਕਿਨ ਐਸਾ ਰੋਮ ਦੀ ਸਰਕਾਰ ਦੇ ਵਿੱਚ ਵੀ, ਰੋਮ ਦੀ ਫੌਜ ਦੇ ਵਿੱਚ ਵੀ ਪਰਮੇਸ਼ਰ ਨੇ ਇੱਕ ਐਸੇ ਬੰਦੇ ਨੂੰ ਵੀ ਰੱਖਿਆ ਸੀ ਜੋ ਉਹਨਾਂ ਦੇ ਨਾਮ ਦੇ ਬਿਲਕੁਲ ਉਲਟ ਚੱਲ ਰਿਹਾ ਹੈ। ਜੈਸਾ ਉਹਨਾਂ ਦਾ ਇਮੇਜ ਹੈ
ਜੈਸਾ ਉਹਨਾਂ ਦਾ ਪਰਛਾਵਾਂ ਹੈ ਲੋਕਾਂ ਦੇ ਮਨ ਦੇ ਅੰਦਰ, ਉਸ ਦਾ ਕੀ ਚੱਲ ਰਿਹਾ? ਉਲਟ। ਉਲਟ। ਔਰ ਇੱਕ ਭਗਤ ਵਿਅਕਤੀ ਦੀ ਨਿਸ਼ਾਨੀ ਇਹ ਸੀ ਕਿ ਉਹ ਪਰਮੇਸ਼ਰ ਦਾ ਡਰ ਰੱਖਦਾ ਸੀ। ਸੋ ਭਗਤ ਬੰਦੇ ਦੀ ਪਹਿਲੀ ਨਿਸ਼ਾਨੀ ਹੈ ਉਹ ਪਰਮੇਸ਼ਰ ਦਾ ਕੀ ਰੱਖਦਾ ਹੈ? ਡਰ ਰੱਖਦਾ। ਡਰ ਰੱਖਣ ਵਾਲਾ ਵਿਅਕਤੀ ਜਿਹੜਾ ਕਿਸੇ ਤੋਂ ਵੀ ਨਹੀਂ ਡਰਦਾ, ਪੁੱਠਾ ਕੰਮ ਕਰਨ ਦੇ ਲਈ ਕੁਰਨੇਲੀਅਸ ਨੂੰ ਖੁਦਾ ਨੇ ਐਸਾ ਦਿਲ ਬਖਸ਼ਿਆ ਕਿ ਉਹ ਪਰਮੇਸ਼ਰ ਦਾ ਕੀ ਰੱਖਦਾ ਹੈ? ਡਰ ਰੱਖਦਾ। ਦੂਸਰੀ ਗੱਲ, ਇਹਦੀ ਜੌਬ, ਇਸ ਦੀ ਨੌਕਰੀ ਬਹੁਤ ਬਿਜ਼ੀ ਲਾਈਫ ਹੈ। ਇੱਕ ਵਿਅਸਤ ਵਿਅਕਤੀ ਹੈ, ਇੱਕ ਵਿਹਲਾ ਬੰਦਾ ਨਹੀਂ ਹੈ, ਲੇਕਿਨ ਇੱਕ ਬੜਾ ਬਿਜ਼ੀ ਬੰਦਾ ਹੈ। ਲੇਕਿਨ ਆਪਣੇ ਬਿਜ਼ੀ ਲਾਈਫ ਦੇ ਵਿੱਚ ਵੀ ਇਸ ਕੋਲ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਨ, ਪਰਮੇਸ਼ਰ ਦੇ ਨਾਮ ਦੇ ਲਈ ਲੋਕਾਂ ਨੂੰ ਦਾਨ ਦੇਣ, ਔਰ ਆਪਣੇ ਹੀ ਲਈ ਹੀ ਨਹੀਂ, ਆਪਣੇ ਘਰਾਣੇ ਸਮੇਤ ਪਰਮੇਸ਼ਰ ਦਾ ਡਰ ਰੱਖਣਾ ਇੱਕ ਬੜੀ ਅਜੀਬ ਗੱਲ ਸੀ। ਇਸ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਕਈ ਵਾਰੀ ਅਸੀਂ ਇਸ ਪ੍ਰਕਾਰ ਨਾਲ ਕਹਿੰਦੇ ਹਾਂ, ਸਾਡੇ ਕੋਲ ਕੰਮ ਬੜਾ ਹੈ, ਇਸ ਲਈ ਸਾਡੇ ਕੋਲ ਟਾਈਮ ਨਹੀਂ ਮਿਲਦਾ, ਕਿਉਂਕਿ ਅਸੀਂ ਵਿਅਸਤ ਬਹੁਤ ਹਾਂ, ਸਾਡੇ ਕੋਲ ਟਾਈਮ ਨਹੀਂ ਮਿਲਦਾ। ਮੈਂ ਉਸ ਵੇਲੇ ਉਸ ਦਾਨੀਅਲ ਦੀ ਕਹਾਣੀ ਨੂੰ ਯਾਦ ਵੀ ਕਰਦਾ ਹਾਂ। ਦਾਨੀਅਲ ਕਿਹੜਾ ਇੱਕ ਛੋਟਾ ਅਹੁਦੇ ਦਾ ਬੰਦਾ ਸੀ, ਡੈਨੀਅਲ ਵੀ ਬਹੁਤ ਅਹੁਦੇਦਾਰ ਇੱਕ ਵਿਅਕਤੀ ਸੀ, ਲੇਕਿਨ ਡੈਨੀਅਲ ਆਪਣੇ ਵਿਅਸਤ ਸਮੇਂ ਦੇ ਵਿੱਚ ਸਮਾਂ ਨੂੰ ਕੱਢ ਕੇ ਉਹ ਪਰਮੇਸ਼ਰ ਦੇ ਅੱਗੇ 3 ਵਾਰ ਇੱਕ ਦਿਨ ਦੇ ਵਿੱਚ ਕੀ ਕਰਦਾ ਸੀ? ਪ੍ਰਾਰਥਨਾ ਕਰਦਾ ਸੀ। ਕੁਰਨੇਲੀਅਸ ਇੱਕ ਬਿਜ਼ੀ ਵਿਅਕਤੀ ਹੈ, ਖੁਦ ਇੱਕ ਅਥਾਰਟੀ ਵਾਲਾ, ਅਧਿਕਾਰ ਰੱਖਣ ਵਾਲਾ ਵਿਅਕਤੀ ਹੈ, ਲੇਕਿਨ ਉਸ ਨੇ ਇਸ ਗੱਲ ਨੂੰ ਸਮਝਿਆ ਕਿ ਜੇਕਰ ਖੁਦਾ ਨੇ ਮੈਨੂੰ ਕੁਰਸੀ ਦੇ ਵਿੱਚ ਬਿਠਾਇਆ ਹੈ, ਇਹ ਮੇਰੀ ਯੋਗਤਾ ਨਹੀਂ, ਮੈਂ ਸੱਚੇ ਜਿੰਦਾ ਪਰਮੇਸ਼ਰ ਦੀ ਕੀ ਕਰਾਂ? ਆਰਾਧਨਾ ਕਰਾਂ। ਇਹ ਰੋਮ ਦੇ ਲੋਕਾਂ ਦੀਆਂ ਨਿਸ਼ਾਨੀਆਂ ਨਹੀਂ ਸਨ, ਕਿਉਂਕਿ ਵਚਨ ਦੇ ਵਿੱਚ ਲਿਖਿਆ ਉਹ ਪਰਮੇਸ਼ਰ ਦਾ ਕੀ ਰੱਖਦਾ ਸੀ? ਡਰ ਰੱਖਦਾ ਸੀ। ਲੇਕਿਨ ਰੋਮ ਦੇ ਲੋਕ ਬੁੱਤ ਪ੍ਰਸਤੀ ਕਰਨ ਵਾਲੇ ਲੋਕ ਨਹੀਂ। ਰੋਮ ਦੇ ਲੋਕ ਬਹੁਤ ਸਾਰੇ ਦੇਵੀ ਦੇਵਤਿਆਂ ਨੂੰ ਮੰਨਣ ਵਾਲੇ ਲੋਕ ਨੇ, ਲੇਕਿਨ ਉਹਨਾਂ ਦੇ ਵਿੱਚ ਵੀ ਇੱਕ ਐਸਾ ਬੰਦਾ ਉੱਠਿਆ ਜਿਹੜਾ ਇੱਕ ਪਰਮੇਸ਼ਰ ਦੀ ਆਰਾਧਨਾ ਕਰਦਾ ਸੀ। ਹਾਲੇਲੂਇਆ, 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 ਹਾਲੇਲੂਇਆ। ਮੇਰੇ ਪਿਆਰੇ ਰੱਬ ਦੇ ਲੋਕੋ, ਤੁਸੀਂ ਰੱਬ ਜਾਂ ਭਗਤੀ ਉਸ ਵੇਲੇ ਨਹੀਂ ਕਰਨਾ ਜਦ ਤੁਹਾਡੇ ਮਨ ਦੇ ਅੰਦਰ ਇਹ ਖਿਆਲ ਹੈ, ਜਦ ਮੈਂ ਸਾਰੀ ਜ਼ਿੰਮੇਵਾਰੀਆਂ ਤੋਂ ਫਾਰਗ ਹੋ ਜਾਵਾਂਗਾ ਨਾ, ਉਦੋਂ ਮੈਂ ਪਰਮੇਸ਼ਰ ਨੂੰ ਧਿਆਵਾਂਗਾ। ਗਲਤ ਹੈ। ਨਹੀਂ, ਕੁਰਨੇਲੀਅਸ ਦੇ ਜੀਵਨ ਤੋਂ ਸਿੱਖੋ। ਕੁਰਨੇਲੀਅਸ ਭਾਵੇਂ ਜਿੰਨਾ ਮਰਜ਼ੀ ਬਿਜ਼ੀ ਹੈ, ਜਿੰਨਾ ਮਰਜ਼ੀ ਵਿਅਸਤ ਹੈ, ਤੇ ਵੀ ਉਸ ਕੋਲ ਪਰਮੇਸ਼ਰ ਦੇ ਅੱਗੇ ਨਿਤ ਪ੍ਰਾਰਥਨਾ ਕਰਨ ਦਾ ਇੱਕ ਸਮਾਂ ਸੀ। ਹਾਲੇਲੂਇਆ, ਹਾਲੇਲੂਇਆ। ਪੜਾਂਗੇ ਨੀਤੀ ਵਚਨ 12:2, ਕਹਾਵਤਾਂ 12:2 ਆਇਤ ਨੂੰ ਪੜੋ। भले ਨੀਤੀ ਵਚਨ ਕਹਾਵਤਾਂ 12:2 ਆਇਤ ਨੂੰ ਪੜ ਰਹੇ ਹਾਂ, ਪੜੋ। ਭਲੇ ਮਾਨਸ ਤੋਂ ਯਹੋਵਾ ਪ੍ਰਸੰਨ ਹੁੰਦਾ ਹੈ, ਹਾਂਜੀ। ਪਰ ਬੁਰੀਆਂ ਯੁਕਤਾਂ ਵਾਲੇ ਨੂੰ ਉਹ ਦੋਸ਼ੀ ਠਹਿਰਾਉਂਦਾ ਹੈ। लिखा भले मनुष्य से तो यहोवा प्रसन्न होता है। सो कुरनेलियस एक भला व्यक्ति है, भला व्यक्ति, भक्ति व्यक्ति। उस तो कौन खुश होया? परमेश्वर खुश होया। जो परमेश्वर का डर रखता है, परमेश्वर उस नाल गल्लां जरूर करता है। किवें पता लगता है? पहली गल मैं तुहानूं सिखा रहा, एक भगत व्यक्ति सी। ਅਸੀਂ ਸਭ ਲੋਕ ਆਪਣੇ ਜ਼ਮਾਨੇ ਦੇ ਵਿੱਚ ਭਗਤ ਬਣਨਾ ਬੜਾ ਜ਼ਰੂਰੀ ਹੈ। ਆਪਣੇ ਜ਼ਮਾਨੇ ਦੇ ਵਿੱਚ ਭਗਤ ਬਣਨਾ बड़ा जरूरी है। ਮੈਂ ਕਿਉਂ ਕਹਿ ਰਿਹਾ? ਕੁਰਨੇਲੀਅਸ ਇੱਕ ਐਸੇ ਲੋਕਾਂ ਦੇ ਵਿੱਚ ਕੰਮ ਕਰ ਰਿਹਾ ਹੈ ਜਿਹੜੇ ਭਗਤ ਨਹੀਂ ਹੈ, ਜਿਹੜੇ ਭਗਤ नहीं है। ਉਬਦਿਆ ਨੂੰ ਖੁਦਾ ਨੇ ਇੱਕ ਐਸੇ ਸਮੇਂ ਦੇ ਵਿੱਚ ਰੱਖਿਆ ਜੋ ਖੁਦ ਆਪਣੇ ਬਾਰੇ ਗਵਾਹੀ ਦਿੰਦਾ ਹੈ ਕਿ ਮੈਂ ਬਚਪਨ ਤੋਂ ਭਗਤ ਸੀ। ਉਹ ਕੈਸੇ ਲੋਕਾਂ ਦੇ ਵਿੱਚ ਰਹਿ ਰਿਹਾ ਸੀ? ਆਹਾਬ ਔਰ ਇਸਬੇਲ ਰਾਣੀ ਦੇ ਸਮੇਂ ਦੇ ਵਿੱਚ ਰਹਿ ਰਿਹਾ। ਆਹਾਬ ਇੱਕ ਦੁਸ਼ਟ ਰਾਜਾ, ਉਸ ਦੀ ਪਤਨੀ ਇਸਬੇਲ ਪਰਮੇਸ਼ਰ ਦੇ ਲੋਕਾਂ ਨੂੰ ਧਮਕੀਆਂ ਦੇ ਕੇ ਮਾਰਨ ਵਾਲੇ ਲੋਕਾਂ ਦੇ ਵਿੱਚ ਰਹਿ ਰਿਹਾ ਹੈ। ਉਹਨਾਂ ਦੀ ਸਰਕਾਰ ਦੇ ਵਿੱਚ ਹੀ ਕੰਮ ਕਰ ਰਿਹਾ ਹੈ, ਉਹਨਾਂ ਦੇ ਵਿੱਚ ਹੀ ਇਹ ਵਿਅਕਤੀ ਕੰਮ ਕਰ ਰਿਹਾ ਹੈ। ਲੇਕਿਨ ਉਬਦਿਆ ਕੀ ਕਹਿ ਰਿਹਾ ਹੈ? ਪਰਮੇਸ਼ਰ ਨੇ ਮੈਨੂੰ ਬਚਪਨ, ਪਰਮੇਸ਼ਰ ਦਾ ਮੈਂ ਬਚਪਨ ਤੋਂ ਡਰ ਰੱਖਦਾ, ਮੈਂ ਭਗਤ ਵਿਅਕਤੀ ਹਾਂ। ਹਾਲੇਲੂਇਆ, हालेलुया। ਹਾਲੇਲੂਇਆ, हालेलुया। ਤੁਸੀਂ ਆਪਣੇ ਦਫ਼ਤਰਾਂ ਦੇ ਵਿੱਚ, ਤੁਸੀਂ ਜਿੱਧਰ ਵੀ ਆਪਣਾ ਕੰਮ ਕਾਰੋਬਾਰ ਕਰਦੇ ਹੋ, ਭਗਤੀ ਦੇ ਨਾਲ ਜੀਵਨ ਨੂੰ ਗੁਜ਼ਾਰਨਾ। ਕਿਹੜਾ ਜੀਵਨ ਗੁਜ਼ਾਰਨਾ? ਭਗਤੀ ਦਾ ਜੀ। ਬੋਲੋ। ਭਗਤੀ ਨਾਲ। ਤੁਹਾਡਾ ਪਰਛਾਵਾਂ ਲੋਕਾਂ ਦੇ ਵਿੱਚ ਨਜ਼ਰ ਆਉਣਾ ਚਾਹੀਦਾ ਹੈ।
ਔਰ ਇਹ ਵਿਅਕਤੀ ਦੀ ਭਗਤੀ ਸਿਰਫ ਇਹਦੇ ਆਪਣੇ ਲਈ ਹੀ ਨਹੀਂ ਸੀ, ਇਹਦਾ ਪੂਰਾ ਪਰਿਵਾਰ ਦੇ ਵਿੱਚ ਇਹ ਖੁਦਾ ਦਾ ਡਰ ਰੱਖਦਾ ਸੀ। ਆਮੀਨ। ਕਿੱਥੇ ਲਿਖਿਆ? 2 ਆਇਤ ਨੂੰ ਪੜੋ ਦੂਸਰੀ ਆਇਤ। ਉਹ ਧਰਮੀ ਲੋਕ ਅਤੇ ਆਪਣੇ ਸਾਰੇ ਟੱਬਰ ਸਣੇ ਪਰਮੇਸ਼ਰ ਦਾ ਡਰ ਕਰਨ ਵਾਲਾ ਅਤੇ ਲੋਕਾਂ ਨੂੰ ਬਹੁਤ ਦਾਨ ਬਸ ਦਿੰਦਾ। ਦੂਸਰੀ ਗੱਲ ਲਿਖਿਆ, ਆਪਣੇ ਸਾਰੇ ਘਰਾਣੇ ਸਮੇਤ ਪਰਮੇਸ਼ਰ ਦਾ ਕੀ ਰੱਖਦਾ ਸੀ? ਡਰ ਰੱਖਦਾ ਸੀ। ਸਾਰੇ ਘਰਾਣੇ ਸਮੇਤ। ਸਰਕਾਰ ਦਾ ਡਰ ਨਹੀਂ, ਕਿਸੇ ਦੇਵੀ ਦੇਵਤਿਆਂ ਦਾ ਡਰ ਨਹੀਂ, ਕਿਸੇ ਮਨੁੱਖ ਦਾ ਡਰ ਨਹੀਂ। ਉਹਨੂੰ ਇਸ ਗੱਲ ਦਾ ਕੋਈ ਪਰਵਾਹ ਨਹੀਂ ਕਿ ਮੈਂ ਪਰਮੇਸ਼ਰ ਦਾ ਡਰ ਰੱਖ ਪਾਵੇਂ। ਉਹਨੂੰ ਥੋੜੀ ਨੌਲੇਜ ਹੈ, ਥੋੜਾ ਗਿਆਨ ਹੈ। ਉਹਨੂੰ ਜਿੰਨਾ ਉਸ ਕੋਲ ਗਿਆਨ ਸੀ, ਉਸ ਗਿਆਨ ਦੇ ਅਨੁਸਾਰ ਉਹ ਸਰਵਸ਼ਕਤੀਮਾਨ ਪਰਮੇਸ਼ਰ ਦਾ ਕੀ ਰੱਖ ਰਿਹਾ? ਡਰ ਰੱਖ। ਹਾਲੇਲੂਇਆ। ਹਾਲੇਲੂਇਆ। ਜਿਹੜਾ ਵਿਅਕਤੀ ਪਰਮੇਸ਼ਰ ਦਾ ਡਰ ਰੱਖ ਰਿਹਾ ਹੈ, ਉਹਦਾ ਅਸਰ ਜ਼ਰੂਰ ਉਹਦੇ ਪਰਿਵਾਰ ਦੇ ਉੱਤੇ ਵੀ ਜ਼ਰੂਰ ਹੁੰਦਾ ਹੈ। ਉਸ ਦਿਨ ਵੀ ਮੈਂ ਤੁਹਾਨੂੰ ਦੱਸਿਆ, ਜੇਕਰ ਮਾੜੀ ਸੰਗਤ ਦਾ ਅਸਰ ਹੁੰਦਾ ਹੈ ਤੇ ਚੰਗੀ ਸੰਗਤ ਦਾ ਵੀ ਕੀ ਹੁੰਦਾ ਹੈ? ਅਸਰ ਹੁੰਦਾ ਹੈ। ਜੇਕਰ ਮਾੜੀ ਸੰਗਤ ਦਾ ਅਸਰ ਦੁਨੀਆ ਦੇ ਵਿੱਚ ਹੁੰਦਾ ਹੈ ਤਾਂ ਚੰਗੀ ਸੰਗਤ ਦਾ ਵੀ ਦੁਨੀਆ ਦੇ ਵਿੱਚ ਕੀ ਹੋਏਗਾ? ਅਸਰ ਹੋਏਗਾ। ਔਰ ਲਿਖਿਆ ਹੈ, ਇਹ ਵਿਅਕਤੀ ਸਿਰਫ ਇਕੱਲੇ ਆਪਣੇ ਲਈ ਨਹੀਂ, ਇਹਦੀ ਭਗਤੀ ਦਾ, ਇਹਦੇ ਪਰਮੇਸ਼ਰ ਦਾ ਡਰ ਰੱਖਣ ਦਾ ਅਸਰ ਜਿਹੜਾ ਹੈ ਇਹਦੇ ਘਰਾਣੇ ਦੇ ਉੱਤੇ ਵੀ ਚੱਲ ਰਿਹਾ ਸੀ। ਕਿਉਂਕਿ ਵਚਨ ਅੱਗੇ ਦੱਸਦਾ ਹੈ, ਇਹ ਆਪਣੇ ਪੂਰੇ ਘਰਾਣੇ ਸਮੇਤ ਮਿਲ ਕੇ ਪਤਰਸ ਦੀ ਵਚਨ ਨੂੰ ਸੁਣਨ ਦੇ ਲਈ ਉਡੀਕ ਰਹੇ ਸਨ। ਹਾਲੇਲੂਇਆ। ਹਾਲੇਲੂਇਆ। ਉਤਪਤੀ 18 ਉਸ ਦੀ 19 ਆਇਤ ਨੂੰ ਪੜੋ। ਅਬਰਾਹਮ ਦੇ ਬਾਰੇ ਵੀ ਪਰਮੇਸ਼ਰ ਨੇ ਇਹੀ ਗੱਲਾਂ ਕਹੀਆਂ। ਲੈਟ ਅਸ ਰੀਡ ਦ ਬੁੱਕ ऑफ जेनेसिस चैप्टर 18 वर्स 19 पढ़ो। क्योंकि मैं जानता हूँ हाँ कि जी। वह अपने पुत्रों और परिवार को जो उसके पीछे रह जाएंगे आज्ञा देगा कि वे यहोवा के मार्ग में अटल बने रहें और धर्म और न्याय करते रहें। बस लिखिया, परमेश्वर ने अब्राहम के विषय ये गवाही दिया, अब्राहम के विषय में ये कहा कि अब्राहम, मैनू पता है तेरे जान तो बाद अब्राहम अपने बच्चों नू आने वाली पीढ़ी ने हुक्म देगा कि परमेश्वर दे विच की करना है। की लिखा? परमेश्वर के पीछे ਰਾਹ ਦੀ ਪਾਲਣਾ ਕਰਨਾ। परमेश्वर दी रस्ते दी पालना करना। हालेलुया। हालेलुया। परमेश्वर खुद उसके बारे बोल रहे हैं, ये मनुष्य नहीं, कोई इंसान उसका इवैल्यूएशन नहीं कर रहा। अब्राहम दा परमेश्वर खुद इवैल्यूएशन करके कह रहा है, कहता है कि मैंने पता है अब्राहम अपने बच्चों को अपने जान तो बाद ये हुक्म देगा कि परमेश्वर दी राह दी पालना करना। हालेलुया। 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 इसका अर्थ की है, भक्त लोगों जिन्हें भी तुसी अपना जीवन प्रभु दे विच गुजार रहे हो, ये 4 दीवारी दे अंदर भक्ति नहीं दिखाना, सिर्फ इस 4 दीवारी दे अंदर अपनी भक्ति नहीं दिखाना, सिर्फ ਇਹਦੇ ਅੰਦਰ ਹੀ ਸੀਮਿਤ ਨਾ ਹੋਵੇ। ਇਹ ਆਰਾਧਨਾ ਭਗਤੀ ਪਰਮੇਸ਼ਰ ਦੇ ਰਾਹ ਤੇ ਚੱਲਣਾ ਤੁਹਾਡੇ ਘਰਾਂ ਦੇ ਵਿੱਚ ਵੀ ਹੋਣੇ ਪਾਏ। ਹਾਲੇਲੂਇਆ। ਵਚਨ ਦੇ ਵਿੱਚ ਇੱਕ ਕੁਐਸਚਨ ਆਇਆ, ਇੱਕ ਸਵਾਲ ਆਇਆ। ਸਵਾਲ ਇਹ ਸੀ, ਕੁਰਿੰਥ ਦੀ ਕਲੀਸਿਆ ਦੇ ਵਿੱਚ ਇਸ ਪ੍ਰਕਾਰ ਨਾਲ ਇੱਕ ਸਮੱਸਿਆ ਉੱਠਿਆ। ਭੈਣਾਂ ਪ੍ਰਭੂ ਨੂੰ ਕਬੂਲ ਕਰਨਾ ਸ਼ੁਰੂ ਹੋਏ, ਉਹਨਾਂ ਦੇ ਬੰਦੇ ਪ੍ਰਭੂ ਨੂੰ ਕਬੂਲ ਨਹੀਂ ਸੀ ਕਰ ਰਹੇ। ਔਰ ਇੱਕ ਸਵਾਲ ਉੱਠਿਆ ਕਿ ਔਰਤਾਂ ਆਪਣੇ ਜਿਹੜੇ ਬੰਦੇ ਜਿਹੜੇ ਨਹੀਂ ਚੱਲਦੇ, ਕਿ ਉਹਨਾਂ ਨੂੰ ਛੱਡ ਦੇਣ, ਕਿ ਉਹਨਾਂ ਨੂੰ ਤਿਆਗ ਦੇਣ, ਕਿ ਉਹਨਾਂ ਨੂੰ ਤਲਾਕ ਦੇ ਦੇਣ। ਸੋ ਖੁਦਾ ਦਾ ਦਾਸ ਉਸ ਜਗ੍ਹਾ ਦੇ ਵਿੱਚ ਕਹਿੰਦਾ ਬਿਲਕੁਲ ਨਹੀਂ। ਕੀ ਕਹਿੰਦਾ? बिल्कुल नहीं। ਕੋਈ ਇਹ ਬਹਾਨਾ ਨਾ ਲਗਾਏ ਕਿ ਤੁਹਾਡਾ ਪਤੀ ਪ੍ਰਭੂ ਦੇ ਵਿੱਚ ਨਹੀਂ ਹੈ, ਇਸ ਲਈ ਉਸ ਨੂੰ ਛੱਡ ਦਿਓ ਜਾਂ ਉਸ ਨੂੰ ਤਲਾਕ ਦਿਓ। ਕਹਿੰਦਾ ਨਾ, ਬਿਲਕੁਲ ਨਹੀਂ। ਕਹਿੰਦਾ ਤੁਹਾਡਾ ਸ਼ੁਭ ਚਾਲ ਚੱਲਣ ਨੂੰ ਦੇਖ ਕੇ ਉਹਦਾ ਵੀ ਜੀਵਨ ਬਦਲੇ। हालेलुया। ਕਿਸ ਦਾ? ਪਤੀ पत्नी दा। ਤੁਹਾਡਾ ਸ਼ੁਭ ਚਾਲ ਚੱਲਣ ਨੂੰ ਦੇਖ ਕੇ ਉਹਦਾ ਵੀ ਜੀਵਨ ਬਦਲੇ। ਇਹਦਾ ਅਰਥ ਕੀ ਸੀ? ਪਰਮੇਸ਼ਵਰ ਇੱਕ ਪਰਿਵਾਰ ਦੇ ਨਾਲ ਪਿਆਰ ਕਰਦਾ ਹੈ। ਹਾਲੇਲੂਇਆ। ਹਾਲੇਲੂਇਆ। ਪਰਮੇਸ਼ਵਰ ਪਰਿਵਾਰ ਦੇ ਨਾਲ ਕੀ ਕਰਦਾ ਹੈ? ਪਿਆਰ ਕਰਦਾ ਹੈ। ਨੂਹ ਆਪਣੇ ਪੂਰੇ ਪਰਿਵਾਰ ਸਮੇਤ ਪਰਮੇਸ਼ਰ ਦੇ ਵਿੱਚ ਹੋ ਕੇ ਚੱਲਿਆ ਔਰ ਬੇੜੀ ਦੇ ਵਿੱਚ ਉਹ ਔਰ ਉਸ ਦਾ ਪਰਿਵਾਰ ਦਾਖਲ ਹੋ ਗਿਆ, ਉਹ ਬਚ ਗਏ। ਪ੍ਰੇਜ਼ ਦ ਲਾਰਡ। ਹਾਲੇਲੂਇਆ। That means Cornelius feared the Lord not only for himself, but he transmitted the fear of the Lord to his generations, to his family also. Hallelujah. ਤੁਹਾਡੇ ਕੋਲ ਇੱਕ ਸ਼ਕਤੀ ਹੈ, ਤੁਹਾਡੇ ਕੋਲ ਇੱਕ ਸਾਮਰਥ ਹੈ, ਤੁਸੀਂ ਕਿਸੇ ਨੂੰ ਵੀ ਪ੍ਰਭਾਵਿਤ ਕਰ ਸਕਦੇ ਹੋ, ਕਿਸੇ ਨੂੰ ਵੀ ਪ੍ਰਭਾਵਿਤ ਕਰ ਸਕਦੇ ਹੋ। ਔਰ ਸਭ ਤੋਂ ਪਹਿਲਾ ਪ੍ਰਭਾਵ ਤੁਹਾਡਾ ਪਰਿਵਾਰ ਦੇ ਉੱਤੇ ਹੁੰਦਾ ਹੈ। ਕਿਹਦੇ ਉੱਤੇ ਹੁੰਦਾ ਹੈ? ਬੋਲੋ। परिवार ਸਭ देते। ਤੋਂ ਪਹਿਲਾ ਅਸਰ ਤੁਹਾਡੇ ਜੀਵਨ ਦਾ ਕਿਹਦੇ ਉੱਤੇ ਹੋਏਗਾ?
ਤੁਹਾਡੇ ਪਰਿਵਾਰ ਦੇ ਉੱਤੇ ਹੋਏਗਾ। ਕੁਰਨੇਲੀਅਸ ਦਾ ਸਭ ਤੋਂ ਪਹਿਲਾ ਪ੍ਰਭਾਵ ਮੈਂ ਤੁਹਾਨੂੰ ਦਿਖਾਵਾਂਗਾ, ਸਿਖਾਵਾਂਗਾ ਇਸੇ ਵਚਨ ਚੋਂ। ਉਹਦਾ ਪ੍ਰਭਾਵ ਸਿਰਫ ਉਹਦੇ ਪਰਿਵਾਰ ਦੇ ਅੰਦਰ ਹੀ ਨਹੀਂ, ਉਹਦੇ ਨਾਲ ਦੇ ਲੋਕਾਂ ਦੇ ਵਿੱਚ ਵੀ ਉਹਦਾ ਇੱਕ ਪ੍ਰਭਾਵ ਸੀ। ਸਿਰਫ ਉਹਦੇ ਅੰਦਰ ਹੀ ਨਹੀਂ, ਉਹਦੇ ਪਰਿਵਾਰ ਦੇ ਵਿੱਚ ਹੀ ਨਹੀਂ, ਉਹਦੇ ਨਾਲ ਦੇ ਅੰਦਰ ਉੱਪਰ ਵੀ ਕੀ ਸੀ? ਇੱਕ प्रभाव से। ਕਿਹੜਾ ਪ੍ਰਭਾਵ ਹੈ? ਇੱਕ ਅੱਛਾ ਪ੍ਰਭਾਵ। ਹਾਲੇਲੂਇਆ। हालेलुया। ਪੜਾਂਗੇ ਅਸੀਂ ਵਿਵਸਥਾ ਸਾਰ 10 ਬਾਬ 17 ਆਇਤ ਨੂੰ ਪੜੋ। The book of Deuteronomy chapter 10 verse 17। ਕਿਉਂ ਜੋ ਯਹੋਵਾ ਤੁਹਾਡਾ ਪਰਮੇਸ਼ਰ ਪਰਮੇਸ਼ਰਾਂ ਦਾ ਪਰਮੇਸ਼ਰ ਅਤੇ ਪ੍ਰਭੂਆਂ ਦਾ ਪ੍ਰਭੂ ਹੈ, ਉਹ ਇੱਕ ਮਹਾਨ ਸ਼ਕਤੀਮਾਨ ਅਤੇ ਪੈਦਾਇਕ ਪਰਮੇਸ਼ਰ ਹੈ, ਜਿਹੜਾ ਕਿਸੇ ਦਾ ਪੱਖ ਨਹੀਂ ਕਰਦਾ, ਨਾ ਕਿਸੇ ਤੋਂ ਵੱਡੀ ਲੈਂਦਾ ਹੈ। ਹਾਂਜੀ, ਉਹ ਯਤੀਮ ਅਤੇ ਵਿਧਵਾ ਦਾ ਨਿਆਂ ਕਰਦਾ ਹੈ ਅਤੇ ਪਰਦੇਸੀ ਨਾਲ ਪ੍ਰੇਮ ਰੱਖਦਾ ਹੈ। ਬਸ ਹੁਣ ਤੁਸੀਂ 22 ਆਇਤ ਤੋਂ ਪੜੋ। ਤੁਹਾਡੇ ਪਿਓ ਦਾਦੇ ਮਿਸਰ ਵਿੱਚ 70 ਪ੍ਰਾਣੀਆਂ ਨਾਲ ਗਏ, ਅਤੇ ਹੁਣ ਯਹੋਵਾ ਤੁਹਾਡੇ ਪਰਮੇਸ਼ਰ ਨੇ ਤੁਹਾਨੂੰ ਆਕਾਸ਼ ਦੇ ਤਾਰਿਆਂ ਜਿੰਨਾ ਵਧਾਇਆ ਹੈ। ਯਹੋਵਾ ਦਾ ਭੈ ਮੰਨਣਾ, ਯਹੋਵਾ ਦਾ ਡਰ ਰੱਖਣ ਦਾ ਫਲ ਇਹ ਸਭ ਕੁਝ ਹੈ ਕਿ ਪਰਮੇਸ਼ਰ ਸਾਡੀ ਅੰਸ਼ ਨੂੰ ਸਾਨੂੰ ਕੀ ਕਰੇਗਾ? ਵਧਾਏਗਾ। ਪਰਮੇਸ਼ਰ ਦਾ ਵਚਨ ਮੂਸਾ ਦੇ ਦੁਆਰਾ ਉਹਨਾਂ ਨੂੰ ਸਿਖਾ ਰਿਹਾ ਸੀ ਕਿ ਦੇਖੋ ਤੁਸੀਂ ਪਰਮੇਸ਼ਰ ਦਾ ਭੈ ਰੱਖਣਾ, ਪਰਮੇਸ਼ਰ ਦਾ ਡਰ ਰੱਖਣਾ। ਹਾਲੇਲੂਇਆ, हालेलुया। ਹਾਲੇਲੂਇਆ। हालेलुया। ਮੇਰੇ ਪਿਆਰੇ ਰੱਬ ਦੇ ਲੋਕੋ, ਪਰਮੇਸ਼ਰ ਦਾ ਵਚਨ ਕਹਿੰਦਾ ਹੈ ਉਹਦਾ ਪਰਮੇਸ਼ਰ ਦਾ ਡਰ ਰੱਖਣਾ, ਉਸ ਦੀ ਭਗਤੀ ਸਿਰਫ ਆਪਣੇ ਲਈ ਨਹੀਂ, ਪਰਿਵਾਰ ਦੇ ਉੱਤੇ ਵੀ ਹੋਇਆ। ਦੂਸਰਾ ਕਿਹਦੇ ਉੱਤੇ ਹੋਇਆ? 7 ਆਇਤ ਨੂੰ ਪੜੋ। 10 ਦੀ 7 ਪ੍ਰੇਰਿਤਾਂ ਦੇ ਕੰਮ ਰਸੂਲਾਂ ਦੇ ਕਰਤੱਵ 10 ਦੀ 7 ਆਇਤ ਨੂੰ ਪੜੋ। ਔਰ ਜਾਂ ਉਹ ਦੂਤ ਜਿਹਨੇ ਉਸ ਨਾਲ ਗੱਲਾਂ ਕੀਤੀਆਂ ਸਨ ਚਲਿਆ ਗਿਆ, ਤਾਂ ਉਹਨੇ ਆਪਣੇ ਟਹਿਲੂਆਂ ਵਿੱਚੋਂ 2 ਜਣੇ ਅਤੇ ਉਹਨਾਂ ਵਿੱਚੋਂ ਜਿਹੜੇ ਨਿੱਤ ਉਹਦੇ ਕੋਲ ਰਹਿੰਦੇ ਸਨ, ਇੱਕ ਧਰਮੀ ਸਿਪਾਹੀ ਨੂੰ ਸੱਦਿਆ। ਬਸ ਸੋ ਅਸੀਂ ਦੇਖਦੇ ਹਾਂ ਇਹਦਾ ਅਸਰ ਸਿਰਫ ਆਪਣੇ ਉੱਤੇ ਨਹੀਂ, ਇਹਦਾ ਅਸਰ ਸਿਰਫ ਪਰਿਵਾਰ ਦੇ ਉੱਤੇ ਨਹੀਂ, ਇਹਦਾ ਅਸਰ ਧਰਮੀ ਹੋਣ ਦਾ, ਭਗਤੀ ਦਾ ਇਰਦ ਗਿਰਦ ਦੇ ਲੋਕਾਂ ਦੇ ਉੱਤੇ ਵੀ ਹੈ। ਇਰਦ ਗਿਰਦ ਦੇ लोका उत्ते भी है। ਉਹ ਆਪ ਵੀ ਭਗਤ ਬਣਿਆ, ਉਹਨੇ ਆਪਣੇ ਪਰਿਵਾਰ ਨੂੰ ਵੀ ਭਗਤੀ ਦੇ ਰਾਹ ਤੇ ਚਲਾਇਆ। ਜਿਸ ਸੇਵਕ ਨੂੰ ਉਸਨੇ ਪਤਰਸ ਕੋਲ ਭੇਜਿਆ ਉਹ ਵੀ ਕੌਣ ਸੀ? ਭਗਤ ਵਿਅਕਤੀ ਸੀ। ਹਾਲੇਲੂਇਆ, ਹਾਲੇਲੂਇਆ। ਹਾਲੇਲੂਇਆ, ਹਾਲੇਲੂਇਆ। ਵਚਨ ਦੇ ਵਿੱਚ ਇਸ ਲਈ ਤਾਂ ਲਿਖਿਆ ਹੈ ਤੁਸੀਂ ਜਗਤ ਦੇ ਲੂਣ ਹੋ, ਜਗਤ ਦੇ ਨਮਕ ਹੋ। ਥੋੜਾ ਜਿਹਾ ਨਮਕ ਵੀ ਬਹੁਤ ਸਾਰੀਆਂ ਚੀਜ਼ਾਂ ਨੂੰ ਸਵਾਦਲਾ ਬਣਾ, ਉਹਦਾ ਅਸਰ ਹੈ। ਉਹਦਾ ਕੀ ਹੈ? असर है। ਔਰ ਵਚਨ ਇਹ ਵੀ ਲਿਖਿਆ ਜੇ ਲੂਣ ਦਾ ਸਵਾਦ ਵਿਗੜ ਜਾਏ ਫਿਰ ਉਹ ਕਿਸੇ ਵੀ ਕੰਮ ਦੇ ਨਹੀਂ, ਔਰ ਉਹ ਪੈਰਾਂ ਥੱਲੇ ਰੋਂਦਿਆ ਜਾਂਦਾ ਹੈ। ਇਸੇ ਪ੍ਰਕਾਰ ਨਾਲ ਜੇ ਤੁਸੀਂ ਤੁਹਾਡੀ ਭਗਤੀ ਔਰ ਤੁਹਾਡਾ ਆਰਾਧਨਾ ਜੇ ਵਿਗੜ ਜਾਏ ਫਿਰ ਅਸੀਂ ਕਿਸੇ ਕੰਮ ਦੇ ਬੋਲੋ नहीं है। ਜੇ ਸਾਡੀ ਭਗਤੀ ਪ੍ਰਾਰਥਨਾ ਵਾਲਾ ਜੀਵਨ ਵਿਗੜ ਜਾਏ ਫਿਰ ਅਸੀਂ ਕਿਸੇ ਵੀ ਕੰਮ ਦੇ ਨਹੀਂ, ਫਿਰ ਪੈਰਾਂ ਥੱਲੇ ਕੀ ਕੀਤੇ ਜਾਵਾਂਗੇ? ਫਿਰ ਇੱਕ ਫੁੱਟਬਾਲ ਦੀ ਤਰ੍ਹਾਂ ਕੋਈ ਸਾਨੂੰ ਲੱਤ ਮਾਰੇਗਾ, ਕੋਈ ਇੱਧਰੋਂ ਦੀ ਉੱਧਰ, ਉਹ ਇੱਧਰੋਂ ਦੀ ਇੱਧਰ, ਬਸ ਲੱਤਾਂ ਹੀ ਵੱਜਦੀਆਂ ਰਹਿਣਗੀਆਂ। ਲੇਕਿਨ ਜੇ ਅਸੀਂ ਭਗਤੀ ਦੇ ਨਾਲ ਚੱਲਾਂਗੇ ਉਹਦਾ ਅਸਰ ਦੂਸਰਿਆਂ ਦੇ ਉੱਤੇ ਵੀ ਜ਼ਰੂਰ ਹੋਏਗਾ। ਤੀਸਰਾ ਪੜੋ 2 ਦੀ अगला हिस्सा पढ़ो। रसूल करतब 10 ਦੀ 2 आयत पढ़ो। तीसरा हिस्सा और यहूदी लोगों को, हाँ पढ़ो। और यहूदी लोगों को बहुत दान देता और बराबर परमेश्वर से प्रार्थना करता था। लिखिया तीसरा ये सी ਉਹ ਯਹੂਦੀ ਲੋਕਾਂ ਨੂੰ ਬਹੁਤ ਕੀ ਦਿੰਦਾ ਸੀ? दान देता सी। ਅਸਲ 'ਚ ਰੋਮ ਦੀ ਸਰਕਾਰ ਦੇ ਇਹ ਜਿਹੜੇ ਫੌਜੀ ਲੋਕ ਹੈ ਇਹਨਾਂ ਨੂੰ ਤੇ ਯਹੂਦੀਆਂ ਉੱਤੇ ਕੰਟਰੋਲ ਕਰਨ ਨੂੰ ਕਿਹਾ ਗਿਆ ਹੈ। ਯਹੂਦੀਆਂ ਨੂੰ ਕੰਟਰੋਲ ਕਰਨ ਦੇ ਲਈ ਕਿਹਾ। ਔਰ ਇਹ ਲੋਕ ਤਾਂ ਬਦਨਾਮ ਸੀ ਕਿ ਲੋਕਾਂ ਦਾ ਯਹੂਦੀਆਂ ਦਾ ਗਲਾ ਘੁੱਟ ਕੇ ਪੈਸੇ ਖਿੱਚਣ ਵਾਲੇ ਲੋਕ ਹੈ। ਲੇਕਿਨ ਇੱਕ ਭਗਤ ਬੰਦੇ ਦੀ ਨਿਸ਼ਾਨੀ ਕੀ ਹੈ? वो दान देता है। ਦਾਨ ਇਹ ਉਹਨਾਂ ਕੋ ਪੈਸੇ ਲੈ ਨਹੀਂ ਰਿਹਾ, ਦੇ ਰਿਹਾ, ਉਲਟਾ ਉਹਨਾਂ ਦੀ ਮਦਦ ਕਰ ਰਿਹਾ, ਉਹਨਾਂ ਦਾ ਦਾਨ, ਉਹਨਾਂ ਨੂੰ ਦਾਨ ਦੇ ਰਿਹਾ। ਔਰ ਵਚਨ ਦੇ ਵਿੱਚ ਇਸ ਪ੍ਰਕਾਰ ਨਾਲ ਲਿਖਿਆ ਪਰਮੇਸ਼ਰ ਨੇ ਆਪਣੇ ਇੱਕ ਸਵਰਗਦੂਤ ਨੂੰ ਭੇਜਿਆ ਔਰ ਉਸਨੇ ਕਿਹਾ ਤੇਰੇ ਦਾਨ ਔਰ ਤੇਰੀ ਪ੍ਰਾਰਥਨਾएं ਪਰਮੇਸ਼ਰ ਦੇ ਹਜ਼ੂਰ ਪਹੁੰਚ ਗਈਆਂ ਨੇ। ਹਾਲੇਲੂਇਆ, ਹਾਲੇਲੂਇਆ। ਔਰ ਲਿਖਿਆ ਉਹ ਬਰਾਬਰ ਪਰਮੇਸ਼ਰ ਦੇ ਅੱਗੇ ਕੀ ਕਰਦਾ ਸੀ? ਪ੍ਰਾਰਥਨਾ ਕਰ ਰਿਹਾ ਹੈ। ਕੀ ਕਰ ਰਿਹਾ ਹੈ? प्रार्थना करता है। ਔਰ ਉਹ ਬਰਾਬਰ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰ ਰਿਹਾ। ਔਰ ਜਦੋਂ ਪ੍ਰਾਰਥਨਾ ਕਰ ਰਿਹਾ ਸੀ ਇੱਕ ਦਿਨ ਵਚਨ ਦੇ ਵਿੱਚ ਔਰ ਇਸੇ ਪ੍ਰਕਾਰ ਨਾਲ ਲਿਖਿਆ ਪਰਮੇਸ਼ਰ ਨੇ ਦਿਨ ਦੇ ਤੀਸਰੇ ਪੈਰ ਦੇ ਨਿਕਟ ਦਰਸ਼ਨ ਦੇ ਵਿੱਚ ਸਪਸ਼ਟ ਰੂਪ ਦੇ ਨਾਲ ਦੇਖਿਆ ਪਰਮੇਸ਼ਰ ਦੇ ਇੱਕ ਸਵਰਗਦੂਤ ਉਸ ਦੇ ਕੋਲ ਆਇਆ ਔਰ ਉਸ ਨੂੰ ਕਹਿ ਰਿਹਾ, ਹੇ ਕੁਰਨੇਲੀਅਸ। ਡਰ ਗਿਆ, ਕਹਿੰਦਾ ਪ੍ਰਭੂ ਜੀ ਕੀ ਹੈ? ਉਸਨੇ ਕਿਹਾ
तेरी प्रार्थनाएं, तेरे दान स्मरण के लिए परमेश्वर के सामने पहुंचे हैं। हालेलुया। ਹਾਲੇਲੂਇਆ। जो कुछ उसका आत्मिक जीवन सी प्रैक्टिकल उसके नाल जुड़ रहा सी। Whatever he had spiritual things in his heart, he was putting it into practice। जो कुछ भी उसने मन दे विच सोचिया ਉਸ ਨੂੰ ਕਰ ਰਿਹਾ ਸੀ। ਹਾਲੇਲੂਇਆ 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 ਹਾਲੇਲੂਇਆ। ਮੇਰੇ ਪਿਆਰੇ ਰੱਬ ਦੇ ਲੋਕੋ, ਕਈ ਵਾਰੀ ਅਸੀਂ ਪ੍ਰਭੂ ਦੇ ਅੱਗੇ ਆਤਮਿਕ ਰੂਪ ਨਾਲ ਵਧਣਾ ਚਾਹੁੰਦੇ ਹਾਂ, ਪ੍ਰੈਕਟੀਕਲ ਰੂਪ ਦੇ ਨਾਲ ਕੁਝ ਵੀ ਕਰਨਾ ਨਹੀਂ ਚਾਹੁੰਦੇ। ਹੈ ਨਾ। ਆਤਮਿਕ ਰੂਪ ਦੇ ਨਾਲ ਵਧਣਾ ਚਾਹੁੰਦੇ ਹਾਂ, ਪ੍ਰੈਕਟੀਕਲ ਰੂਪ ਦੇ ਨਾਲ ਵਧਣਾ ਨਹੀਂ ਚਾਹੁੰਦੇ। ਪਰ ਕੁਰਨੇਲੀਅਸ ਐਸਾ ਨਹੀਂ। ਵਾਟ ਹੀ ਬਿਲੀਵ ਹੀ ਵਾਸ ਪ੍ਰੈਕਟਿਸਿੰਗ। ਜੋ ਕੁਝ ਉਹ ਵਿਸ਼ਵਾਸ ਕਰ ਰਿਹਾ ਸੀ ਉਸ ਨੂੰ ਅਮਲ ਵੀ ਕਰ ਰਿਹਾ ਸੀ। ਸਾਰੇ ਮੇਰੇ ਪਿੱਛੇ ਬੋਲੋ, ਜੋ ਉਹ ਵਿਸ਼ਵਾਸ ਕਰਦਾ ਸੀ, ਜੋ ਵਿਸ਼ਵਾਸ ਕਰਦਾ ਸੀ ਉਸ ਨੂੰ ਉਹ ਅਮਲ ਵੀ ਕਰਦਾ ਸੀ। ਉਸ ਨੂੰ ਉਹ ਅਮਲ ਵੀ ਕਰਦਾ ਸੀ। ਅਮਲ ਦਾ ਮਤਲਬ ਹੈ ਉਸ ਉੱਤੇ ਚੱਲਦਾ ਵੀ ਸੀ। ਹਾਲੇਲੂਇਆ ਹਾਲੇਲੂਇਆ। 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 ਅੱਛਾ, ਵਚਨ ਦੇ ਵਿੱਚ ਕੀ ਲਿਖਿਆ ਹੈ? ਪਰਮੇਸ਼ਰ ਦਾ ਸਵਰਗਦੂਤ ਜਦ ਉਸ ਕੋਲ ਆਇਆ, ਇਹ ਬੰਦੇ ਦੀ ਭਗਤੀ ਦਾ ਚਰਿੱਤਰ ਕੀ ਹੈ? ਕੁਰਨੇਲੀਅਸ ਦੇ ਚਰਿੱਤਰ ਤੋਂ ਜੋ ਅਸੀਂ ਸਿੱਖ ਰਹੇ ਉਸ ਦੇ ਬਾਰੇ ਮੈਂ ਤੁਹਾਨੂੰ ਸਿਖਾ ਰਿਹਾ। ਕਈ ਵਾਰੀ ਤੁਸੀਂ ਇਸ ਜਗ੍ਹਾ ਦੇ ਵਿੱਚ ਬੈਠੇ ਹੋ, ਤੁਸੀਂ ਸ਼ਾਇਦ ਸਿਰਫ ਔਰ ਸਿਰਫ ਪ੍ਰਾਰਥਨਾ ਕਰਨ ਦੇ ਲਈ ਆਏ, ਸਿਰਫ ਪ੍ਰਾਰਥਨਾ ਕਰਨ ਦੇ ਲਈ ਆਏ। ਲੇਕਿਨ ਕੁਰਨੇਲੀਅਸ ਇੱਕ ਭਗਤ, ਦਾਨ ਦੇਣ ਵਾਲਾ, ਪ੍ਰਾਰਥਨਾ ਕਰਨ ਵਾਲਾ ਭਲਾ ਮਨੁੱਖ ਹੈ। ਲੇਕਿਨ ਐਸੇ ਵਿਅਕਤੀ ਦੇ ਵਿੱਚ ਵੀ ਇੱਕ ਕਮੀ ਹੈ। ਐਸੇ ਵਿਅਕਤੀ ਦੇ ਵਿੱਚ ਵੀ ਕੀ ਹੈ? ਇੱਕ ਮੈਂ ਤੁਹਾਨੂੰ ਕਿਹਾ, ਸਾਡੇ ਨਾਲੋਂ ਵੀ ਬਹੁਤ ਚੰਗੇ ਲੋਕ ਇਸ ਦੁਨੀਆ ਦੇ ਵਿੱਚ ਹੈਗੇ ਨੇ। ਬਰਾਬਰ ਦਾਨ ਦੇਣ ਵਾਲੇ, ਬਰਾਬਰ ਦਾਨ ਪੁੰਨ ਕਰਨ ਵਾਲੇ ਵੀ ਇਸ ਦੁਨੀਆ ਦੇ ਵਿੱਚ ਬਥੇਰੇ ਨੇ। ਨਹੀਂ ਹੈਗੇ? ਬਹੁਤ ਬੋਲੋ। ਬਹੁਤ ਸਾਰੇ। ਬੜੇ ਸਾਰੇ ਦੁਨੀਆ ਦੇ ਵਿੱਚ ਲੋਕ ਐਸੇ ਬੈਠੇ ਹੈ। ਮੈਂ ਐਸੇ ਵੀ ਕਈਆਂ ਨੂੰ ਜਾਣਦਾ ਜੋ ਭਗਤੀ ਸਾਡੀ ਵਾਲੀ ਨਹੀਂ, ਭਗਤੀ ਦਾ ਨਾਮ ਲੈ ਕੇ ਕਿੰਨੇ ਲੋਕ ਘੰਟੋ ਰੋਜ਼ ਸਵੇਰ ਸ਼ਾਮ ਭਾਵੇਂ ਟੱਲੀਆਂ ਖੜਕਾਉਂਦੇ ਹੈ ਤੇ ਭਾਵੇਂ ਉਹ ਜਿਸ ਤਰ੍ਹਾਂ ਵੀ ਬੈਠਦੇ ਹੈ, ਉਹ ਸਾਡੇ ਨਾਲੋਂ ਵੀ ਜ਼ਿਆਦਾ ਆਪਣੇ ਦੇਵੀ ਦੇਵਤਿਆਂ ਨੂੰ ਪੂਜਦੇ ਹੈ। ਨਹੀਂ ਹੈ? ਬੋਲੋ। ਕਰਦੇ ਆ। ਬਹੁਤ ਸਾਰੇ ਲੋਕ ਨੇ। ਕੁਰਨੇਲੀਅਸ ਇੱਕ ਪਰਮੇਸ਼ਰ ਦੇ ਬਾਰੇ ਜਾਣਦਾ ਸੀ। ਕਿਵੇਂ ਉਸਨੇ ਜਾਣਿਆ ਇਹਦੇ ਬਾਰੇ ਪਤਾ ਨਹੀਂ, ਕਿਵੇਂ ਉਸਨੇ ਸੁਣਿਆ ਇਹਦੇ ਬਾਰੇ ਪਤਾ ਨਹੀਂ। ਲੇਕਿਨ ਇੱਕ ਗੱਲ ਜ਼ਰੂਰ ਸੀ, ਉਸ ਨੂੰ ਜੋ ਥੋੜਾ ਬਹੁਤਾ ਵੀ ਚਾਨਣ ਮਿਲਿਆ ਕਿ ਮੈਂ ਮੂਰਤੀ ਪੂਜਾ ਨਹੀਂ ਕਰਨੀ, ਇੱਕ ਪਰਮੇਸ਼ਰ ਨੂੰ ਮੰਨਣਾ। ਯਹੂਦੀ ਜਿਸ ਪਰਮੇਸ਼ਰ ਨੂੰ ਆਰਾਧਨਾ ਕਰਦੇ ਆ, ਮੈਂ ਉਹਦੀ ਆਰਾਧਨਾ ਕਰਾਂ। ਇਸ ਕਰਨ ਦੇ ਦੁਆਰਾ ਉਹਨੂੰ ਇਹ ਨਹੀਂ ਸੀ ਪਤਾ ਇੱਕ ਦਿਨ ਪਰਮੇਸ਼ਰ ਖੁਦ ਉਸ ਨੂੰ ਕੀ ਦੇਗਾ? ਦਰਸ਼ਨ ਦੇਗਾ। ਔਰ ਵਚਨ ਦੇ ਵਿੱਚ ਲਿਖਿਆ ਹੈ, ਜਦ ਦਰਸ਼ਨ ਮਿਲਿਆ, ਪ੍ਰਭੂ ਯੀਸ਼ੂ ਮਸੀਹ ਸਵਰਗਦੂਤ ਉਸ ਨਾਲ ਕੀ ਗੱਲਾਂ ਕਰ ਰਿਹਾ? ਜਲਦੀ ਪੜੋ, 5 ਆਇਤ ਨੂੰ ਪੜੋ। ਹੁਣ ਜਾਪਾ ਨੂੰ ਮਨੁੱਖ ਭੇਜ ਕੇ ਉਸ ਸਿਮਿਓਨ ਨੂੰ ਜਿਹੜਾ ਪਤਰਸ ਸਦੀ ਦਾ ਹੈ ਬੁਲਵਾ ਲੈ। ਹਾਂਜੀ। ਉਹ ਕਿਸੇ ਸਿਮਿਓਨ ਖਟੀਕਰੇ ਘਰ ਉਤਰਿਆ ਹੋਇਆ ਹੈ, ਜਿਹਦਾ ਘਰ ਸਮੁੰਦਰ ਦੇ ਕੰਢੇ ਤੇ ਹੈ। ਹਾਂਜੀ। ਔਰ ਜਾਂ ਉਹ ਦੂਤ ਉਹਦੇ ਨਾਲ ਗੱਲਾਂ ਕੀਤੀਆਂ ਚਲਿਆ ਗਿਆ, ਤਾਂ ਉਹਨੇ ਆਪਣੇ ਟਹਿਲੂਆਂ ਵਿੱਚੋਂ 2 ਜਣੇ ਅਤੇ ਉਹਨਾਂ ਵਿੱਚੋਂ ਜਿਹੜੇ ਨਿੱਤ ਉਹਦੇ ਕੋਲ ਰਹਿੰਦੇ ਸਨ, ਇੱਕ ਧਰਮੀ ਸਿਪਾਹੀ ਨੂੰ ਸੱਦਿਆ। ਬਸ ਸਵਰਗਦੂਤ ਆ ਕੇ ਉਸ ਨੂੰ ਨਜਾਤ ਦੇ ਬਾਰੇ ਕੋਈ ਗੱਲ ਨਹੀਂ ਕਰ ਰਿਹਾ। ਸਵਰਗਦੂਤ ਆ ਕੇ ਉਸ ਨੂੰ ਕੋਈ ਪ੍ਰਚਾਰ ਨਹੀਂ ਸੁਣਾ ਰਿਹਾ। ਸਵਰਗਦੂਤ ਨੇ ਆ ਕੇ ਉਸ ਨੂੰ ਕੁਛ ਵੀ ਨਹੀਂ, ਸਿਰਫ ਇੰਨਾ ਕਿਹਾ, ਜਾ ਕੇ ਯਾਫਾ ਦੇ ਵਿੱਚ ਮਨੁੱਖਾਂ ਨੂੰ ਭੇਜ ਕੇ ਸ਼ਮੌਨ ਨੂੰ ਜਿਹੜਾ ਪਤਰਸ ਕਹਿਲਾਂਦਾ ਹੈ ਬੁਲਵਾ ਲੈ। ਦੂਸਰੇ ਸ਼ਬਦਾਂ 'ਚ ਤੂੰ ਸੇਵਕ ਨੂੰ ਬੁਲਾ। ਔਰ ਇੰਨਾ ਹੀ ਕਿਹਾ, ਸੇਵਕ ਨੂੰ ਕੀ ਕਰਨਾ? ਤੂੰ ਬੁਲਾਣਾ। ਉਹਦਾ ਐਡਰੈਸ ਤੱਕ ਦੱਸਿਆ ਕਿ ਪਤਰਸ ਕਿਹੜੇ ਘਰ ਦੇ ਵਿੱਚ ਰਹਿ ਰਿਹਾ, ਪਤਾ ਤੱਕ ਦੱਸਿਆ, ਐਡਰੈਸ ਤੱਕ ਪਤਾ ਸੀ। ਸੁਣੋ, ਪਵਿੱਤਰ ਵਚਨ ਸਾਨੂੰ ਇਸ ਪ੍ਰਕਾਰ ਨਾਲ ਸਿਖਾਉਂਦਾ ਹੈ। ਜੇ ਤੁਸੀਂ ਅੱਗੇ ਪੜੋ, ਯਾਫਾ ਦੇ ਵਿੱਚ ਪਤਰਸ ਬੈਠਾ ਹੈ। ਸ਼ਮੌਨ ਜਿਹੜਾ ਚਮੜੇ ਦਾ ਧੰਦਾ ਕਰਨ ਵਾਲਾ ਹੈ, ਉਹਦੇ ਘਰ ਦੇ ਵਿੱਚ ਬੈਠਾ ਹੈ। ਯਾਫਾ ਇੱਕ ਖਾਸ ਸ਼ਹਿਰ ਸੀ। ਯਾਫਾ ਨਿਨਵੇ ਦੇ ਲਾਗੇ। ਨਿਨਵਾ ਕਿਹੜਾ ਸੀ? ਨਿਨਵਾ ਕਿਹੜਾ ਜਗ੍ਹਾ ਸੀ? ਤਰਸ਼ੀਸ਼ ਦੇ ਨੇੜੇ ਸੀ। ਤਰਸ਼ੀਸ਼ ਕਿਹੜੀ ਜਗ੍ਹਾ ਸੀ? ਜਿੱਥੇ ਯੂਨਾ ਨਬੀ ਗਿਆ ਪਰਮੇਸ਼ਰ ਦਾ ਇਨਕਾਰ ਕਰਕੇ। ਪਰਮੇਸ਼ਰ ਨੇ ਕਿਹਾ ਸੀ ਯੂਨਾ ਨਬੀ ਨੂੰ, ਤੂੰ ਕਿੱਧਰ ਜਾਣਾ? ਨਿਨਵੇ ਨੂੰ। ਕਿੱਧਰ ਗਿਆ ਸੀ? ਤਰਸ਼ੀਸ਼ ਵੱਲ। ਤਰਸ਼ੀਸ਼ ਦੇ ਵਿੱਚ। ਔਰ ਯਾਫਾ ਦੇ ਲਾਗੇ, ਯਾਫਾ ਦੇ ਵਿੱਚ ਹੀ ਇਹ ਪਤਰਸ ਹੀ ਉਸੇ ਜਗ੍ਹਾ ਦੇ ਵਿੱਚ ਹੈ।
ਪਤਰਸ ਨੂੰ ਪਰਮੇਸ਼ਰ ਨੇ ਦਰਸ਼ਨ ਦਿੱਤਾ, ਇੱਕ ਚਾਦਰ ਆ ਰਹੀ ਹੈ, ਜਾਨਵਰ ਆ ਰਹੇ ਹੈ। ਪਰਮੇਸ਼ਰ ਪਤਰਸ ਨੂੰ ਕਹਿ ਰਿਹਾ, ਤੂੰ ਪਤਰਸ ਇਹ ਜਿਹੜੇ ਜਾਨਵਰ ਆ ਤੂੰ ਉਸਨੂੰ ਉੱਠ ਮਾਰ ਔਰ ਖਾ। ਪਤਰਸ ਕਹਿੰਦਾ ਇਹ ਨਹੀਂ ਮੈਂ ਖਾਣਾ। ਕਿਉਂ? ਕਹਿੰਦਾ ਕਿ ਇਹ ਕੌਣ ਹੈ? ਅਸ਼ੁੱਧ ਜਾਨਵਰ। 3 ਵਾਰੀ ਪਰਮੇਸ਼ਰ ਨੇ ਉਸ ਨਾਲ ਗੱਲਾਂ ਕੀਤੀਆਂ। ਪਤਰਸ ਅਸਲ ਦੇ ਵਿੱਚ ਇੱਕ ਘਰ ਦੇ ਵਿੱਚ ਬੈਠਾ ਸੀ, ਸ਼ਮੌਨ ਦੇ ਘਰ ਦੇ ਵਿੱਚ ਲਿਖਿਆ ਛੱਤ ਉੱਤੇ ਪ੍ਰਾਰਥਨਾ ਕਰਨ ਦੇ ਲਈ ਗਿਆ। ਖਾਣੇ ਦਾ ਟਾਈਮ ਹੈ, ਲੋਕ ਨੀਚੇ ਖਾਣਾ ਬਣਾ ਰਹੇ ਨੇ। ਸਵਰਗਦੂਤ ਵੀ ਉਸ ਨੂੰ ਜਦੋਂ ਦਰਸ਼ਨ ਦੇ ਦੁਆਰਾ ਖਾਣਾ ਲੈ ਕੇ ਆਇਆ, ਲੇਕਿਨ ਉਹ ਖਾਣਾ ਖਾਣ ਦੇ ਲਈ ਤਿਆਰ ਨਹੀਂ ਸੀ। 3 ਵਾਰੀ ਉਸ ਨਾਲ ਗੱਲਾਂ ਕਰਕੇ ਗਿਆ, ਉੱਠ ਮਾਰ ਅਤੇ ਖਾ, ਉੱਠ ਮਾਰ ਅਤੇ ਖਾ। ਕਹਿੰਦਾ ਮੈਂ ਨਹੀਂ ਖਾਣਾ, ਅਸ਼ੁੱਧ ਹੈ। ਜੋ ਪਰਮੇਸ਼ਰ ਨੇ ਇਸ ਨਾਲ ਗੱਲਾਂ ਕੀਤੀਆਂ, ਜਿਸ ਨੂੰ ਪਰਮੇਸ਼ਰ ਨੇ ਸ਼ੁੱਧ ਕੀਤਾ ਹੈ ਉਸ ਨੂੰ ਤੂੰ ਅਸ਼ੁੱਧ ਨਾ ਕਹਿ। ਉਹਦਾ ਆਤਮਿਕ ਅਰਥ ਸੀ। ਆਤਮਿਕ ਅਰਥ ਕੀ ਸੀ? ਸੁਣੋ, ਯਹੂਦੀ ਲੋਕ ਇਸ ਪ੍ਰਕਾਰ ਨਾਲ ਵਿਸ਼ਵਾਸ ਕਰਦੇ ਸਨ ਕਿ ਜਦ ਮਸੀਹਾ ਆਏਗਾ ਤਾਂ ਪਰਮੇਸ਼ਰ ਗੈਰ ਕੌਮਾਂ ਦੇ ਲਈ ਰਸਤੇ ਬੰਦ ਕਰ ਦੇਗਾ, ਸਿਰਫ ਯਹੂਦੀ ਹੀ ਬਚਣਗੇ। ਲੇਕਿਨ ਇਹਦੇ ਮਨ ਦੇ ਅੰਦਰ ਵੀ ਇਹ ਖਿਆਲ ਹੈ ਮਸੀਹਾ ਆ ਗਿਆ, ਯਿਸੂ ਮਸੀਹ ਆ ਗਿਆ, ਚਲਾ ਵੀ ਗਿਆ, ਸਿਰਫ ਯਹੂਦੀ ਲੋਕ ਹੀ ਬਚ ਸਕਦੇ ਹੈ, ਗੈਰ ਕੌਮ ਨਹੀਂ ਬਚ ਸਕਦੀ। ਲੇਕਿਨ ਪਰਮੇਸ਼ਰ ਦੀ ਯੋਜਨਾ ਕੁਝ ਹੋਰ ਸੀ। ਹਾਲੇਲੂਇਆ, ਹਾਲੇਲੂਇਆ। ਪਰਮੇਸ਼ਰ ਦੀ ਯੋਜਨਾ ਕੁਝ ਹੋਰ ਸੀ। ਪਰਮੇਸ਼ਰ ਪਤਰਸ ਨੂੰ ਹੀ ਸਿਖਾ ਰਿਹਾ ਸੀ, ਜਿਸ ਨੂੰ ਪਰਮੇਸ਼ਰ ਨੇ ਸ਼ੁੱਧ ਕਿਹਾ ਤੂੰ ਉਸ ਨੂੰ ਅਸ਼ੁੱਧ ਨਾ ਕਹਿ। ਇੱਕ ਬੰਨੇ ਪਰਮੇਸ਼ਰ ਨੇ ਕੁਰਨੇਲੀਅਸ ਨੂੰ ਸਵਰਗਦੂਤ ਦੇ ਦੁਆਰਾ ਦਰਸ਼ਨ ਦੇ ਦੁਆਰਾ ਗੱਲਬਾਤ ਕਰ ਰਿਹਾ ਹੈ, ਤੇਰੇ ਲਈ ਮੈਂ ਇੱਕ ਦਾਸ ਨੂੰ ਤਿਆਰ ਕੀਤਾ ਹੈ। ਦੂਸਰੇ ਬੰਨੇ ਪਤਰਸ ਨਾ ਕਰਦਾ ਪਿਆ, ਸ਼ਾਇਦ ਪਰਮੇਸ਼ਰ ਉਸ ਨੂੰ ਯਾਦ ਦਿਲਾ ਰਿਹਾ ਸੀ, ਪਤਰਸ ਦੇਖ ਤੂੰ ਪਹਿਲਾਂ ਵੀ 3 ਵਾਰੀ ਮੇਰਾ ਇਨਕਾਰ ਕੀਤਾ, ਤੂੰ ਪਹਿਲਾਂ ਵੀ 3 ਵਾਰੀ ਮੇਰਾ ਇਨਕਾਰ 3 ਵਾਰੀ ਮੇਰਾ ਕੀ ਕੀਤਾ ਸੀ? ਇਨਕਾਰ ਕੀਤਾ। ਔਰ 3 ਵਾਰੀ ਮੈਂ ਤੇਰੇ ਕੋਲ ਸਬੂਤ ਲੈ ਕੇ ਬੁਲਵਾਇਆ ਸੀ ਕਿ ਤੂੰ ਮੈਨੂੰ ਪਿਆਰ ਕਰਦਾ ਹੈ, ਕਿ ਤੂੰ ਮੈਨੂੰ ਪਿਆਰ ਕਰਦਾ ਹੈ, ਕਿ ਤੂੰ ਮੈਨੂੰ ਪਿਆਰ ਕਰਦਾ ਹੈ। ਤੂੰ 3 ਵਾਰੀ ਪਹਿਲਾਂ ਵੀ ਮੇਰਾ ਇਨਕਾਰ ਕੀਤਾ। ਉਸ ਵੇਲੇ ਮੁਰਗੇ ਨੇ ਬਾਂਗ ਦਿਲਾਇਆ, ਤੈਨੂੰ ਯਾਦ ਆਇਆ? ਮੁਰਗੇ ਨੇ ਬਾਂਗ ਦਿਲਾਇਆ, ਤੈਨੂੰ ਯਾਦ ਕੀ ਆਇਆ? ਯਾਦ ਹੈ। ਔਰ ਲਿਖਿਆ ਹੈ ਮੱਤੀ ਦੀ ਇੰਜੀਲ ਦੇ ਵਿੱਚ, ਬਾਹਰੀ ਆਂਗਨ ਦੇ ਵਿੱਚ ਪਤਰਸ ਬੈਠਾ ਸੀ। ਮੈਂ ਥੋੜਾ ਜਿਹਾ ਪਿੱਛੇ ਲੈ ਕੇ ਜਾ ਰਿਹਾ। ਪਤਰਸ ਬਾਹਰੀ ਆਂਗਨ ਦੇ ਵਿੱਚ ਬੈਠਾ ਸੀ। ਮੁਰਗੇ ਨੇ 2 ਵਾਰ ਬਾਂਗ ਦਿੱਤੀ। ਕਿਹਾ ਜਾਂਦਾ ਹੈ ਮੁਰਗੇ ਦਾ ਬਾਂਗ ਦੇਣਾ ਕੀ ਪਹਿਲੀ ਵਾਰ ਸੀ? ਨਹੀਂ। ਕਿਹਾ ਜਾਂਦਾ ਹੈ ਉਸ ਜਗ੍ਹਾ ਉਸ ਸਮੇਂ ਦੇ ਵਿੱਚ ਮੁਰਗਾ ਇਸ ਲਈ ਰੱਖਿਆ ਗਿਆ ਸੀ, ਉਹਦਾ ਬਾਂਗ ਦੇਣਾ ਕਿਉਂ ਜ਼ਰੂਰੀ ਸੀ? ਜਦੋਂ ਪਹਿਲੀ ਵਾਰੀ ਬਾਂਗ ਦਿੰਦਾ ਸੀ, ਉਹ ਲੇਵੀਆਂ ਨੂੰ ਔਰ ਯਾਜਕਾਂ ਨੂੰ ਹੁਕਮ ਦੇ ਅਨੁਸਾਰ ਬੈਲ ਮਾਰ ਰਿਹਾ ਸੀ ਕਿ ਦੇਖੋ ਸੇਵਾ ਦੇ ਲਈ ਤਿਆਰ ਹੋ ਜਾਓ, ਸੇਵਾ ਦੇ ਲਈ ਤਿਆਰ ਹੋ ਜਾਓ, ਯਾਜਕੋ ਬਲੀਦਾਨ ਚੜਾਉਣ ਦੇ ਲਈ ਤਿਆਰ ਹੋ ਜਾਓ, ਲੇਵੀਓ ਪ੍ਰਭੂ ਦੀ ਸੇਵਾ ਕਰਨ ਦੇ ਲਈ ਤਿਆਰ ਹੋ ਜਾਓ। ਦੂਸਰਾ ਬਾਂਗ ਕਿਹਦੇ ਲਈ ਸੀ? ਦੂਸਰਾ ਬਾਂਗ ਇਸ ਲਈ ਦਿੱਤਾ ਜਾਂਦਾ ਸੀ ਜਦੋਂ ਸ਼ਾਮਾਂ ਨੂੰ ਪੈਣਾ, ਲੋਕਾਂ ਨੂੰ ਕਹਿਣਾ ਲੋਕੋ ਖੁਦਾ ਦੇ ਘਰ ਦੇ ਵਿੱਚ ਇਕੱਠੇ ਹੋ ਜਾਓ, ਪਰਮੇਸ਼ਰ ਦੇ ਘਰ ਦੇ ਵਿੱਚ ਕੀ ਹੋ ਜਾਓ? ਇਕੱਠੇ ਹੋ ਜਾਓ, ਇਕੱਠੇ ਹੋ ਜਾਓ। ਪਹਿਲਾ ਬਾਂਗ ਵੱਜ ਚੁੱਕਿਆ ਹੈ, ਸੇਵਾ ਕਰ ਰਹੇ ਲੇਵੀ ਲੋਕ, ਪਰਮੇਸ਼ਰ ਦੇ ਭਵਨ ਦੀ ਸੇਵਾ ਕਰ ਰਹੇ। ਦੂਸਰਾ ਬਾਂਗ ਲੋਕਾਂ ਨੂੰ ਜਦ ਦਿੱਤਾ ਗਿਆ ਕਿ ਤੁਸੀਂ ਪਰਮੇਸ਼ਰ ਦੇ ਘਰ ਦੇ ਵਿੱਚ ਆ ਜਾਓ, ਕਿਉਂਕਿ ਬਾਹਰੀ ਆਂਗਣ ਦੇ ਵਿੱਚ ਯਾਜਕ ਲੋਕ ਨਹੀਂ ਜਾਂਦੇ, ਬਾਹਰੀ ਆਂਗਣ ਦੇ ਵਿੱਚ ਲੇਵੀ ਲੋਕ ਨਹੀਂ ਜਾਂਦੇ, ਬਾਹਰੀ ਆਂਗਣ ਦੇ ਵਿੱਚ ਆਮ ਇਜ਼ਰਾਈਲੀ ਲੋਕ ਨੇ। ਉਹ ਇਜ਼ਰਾਈਲੀਆਂ ਨੂੰ ਹੁਕਮ ਦੇ ਰਿਹਾ ਹੈ ਬਾਂਗ ਜਦੋਂ ਵੱਜੀ, ਇਜ਼ਰਾਈਲੀਓ ਪਰਮੇਸ਼ਰ ਦੇ ਘਰ 'ਚ ਇਕੱਠੇ ਹੋ ਜਾਓ। ਜਦ ਲੋਕ ਇਕੱਠੇ ਹੋਣਾ ਸ਼ੁਰੂ ਹੋ ਗਏ, ਲੋਕਾਂ ਨੇ ਪਤਰਸ ਨੂੰ ਪਹਿਚਾਨਣਾ ਸ਼ੁਰੂ ਕਰਤਾ। ਤੇਰੀ ਬੋਲੀ ਤੇਰਾ ਭੇਤ ਖੋਲਦੀ ਹੈ, ਤੂੰ ਤਾਂ ਉਹੀ ਹੈ ਯਿਸੂ ਮਸੀਹ ਦੇ ਨਾਲ ਚੱਲਣ ਵਾਲਿਆਂ ਦੇ ਵਿੱਚ ਜਾਪਦਾ ਹੈ। 3 ਵਾਰੀ ਪਤਰਸ ਨੇ ਇਨਕਾਰ ਕੀਤਾ, ਲੇਕਿਨ ਜਦ ਮੁਰਗੇ ਨੇ ਬਾਂਗ ਦਿੱਤੀ ਉਸ ਨੂੰ ਯਾਦ ਆ ਗਿਆ ਮੇਰੇ ਯਿਸੂ ਨੇ ਮੈਨੂੰ ਇਹੀ ਕਿਹਾ ਸੀ, ਮੇਰੇ ਯਿਸੂ ਨੇ ਮੈਨੂੰ ਇਹ ਕਿਹਾ। ਉਹ ਮੈਂ ਤਾਂ ਇਨਕਾਰ ਕਰਨ ਵਾਲਿਆਂ ਦੇ ਵਿੱਚ ਹੋ ਗਿਆ। ਉਹ ਰੋਇਆ, ਉਹ ਯਿਸੂ ਮਸੀਹ ਦੀਆਂ ਗੱਲਾਂ ਨੂੰ ਸੁਣ ਕੇ ਉਹ ਰੋਇਆ 3 ਵਾਰੀ ਜਦੋਂ ਉਸਨੇ ਇਨਕਾਰ ਕੀਤਾ। ਲੇਕਿਨ ਵਚਨ ਦੇ ਵਿੱਚ ਲਿਖਿਆ ਜਦ ਯਿਸੂ ਮਸੀਹ ਮੁਰਦਿਆਂ ਦੇ ਜੀ ਉਠਿਆ, 3 ਵਾਰੀ ਪਤਰਸ ਨੂੰ ਦੁਬਾਰਾ ਤੋਂ ਰੀਅਫਰਮ ਕਰਾਇਆ, ਦੁਬਾਰਾ ਤੋਂ ਉਸ ਦਾ ਕਮਿਟਮੈਂਟ ਅਫਰਮ ਕਰਾਇਆ ਤੇ ਉਹ ਪਹਿਲਾ ਉਹਦਾ ਜੀਵਨ ਦਾ ਪਰਿਵਰਤਨ ਸੀ। ਪਹਿਲਾ ਉਹਦਾ ਜੀਵਨ ਦਾ ਪਰਿਵਰਤਨ, ਪਹਿਲਾ ਉਹਦਾ ਜੀਵਨ ਦਾ ਪਰਿਵਰਤਨ ਸੀ। ਦੂਸਰਾ ਉਹਦਾ ਪਰਿਵਰਤਨ ਕਦੋਂ ਹੋਇਆ? ਜਦ ਪੈਂਤੀਕੋਸਤ ਦੇ ਦਿਨ ਪਵਿੱਤਰ ਆਤਮਾ ਉਹਦੇ ਉੱਤੇ ਉਤਰ ਕੇ ਆਇਆ। ਇੱਕ ਕਾਇਰ ਵਿਅਕਤੀ ਦਲੇਰ ਹੋ ਗਿਆ, ਕਾਇਰ ਵਿਅਕਤੀ ਦਲੇਰ ਹੋ ਗਿਆ। ਦੂਸਰਾ ਸਟੇਜ ਦਾ ਪਰਿਵਰਤਨ ਉਹਦੇ ਉੱਤੇ ਇਹ ਆਇਆ। ਤੀਸਰਾ ਪਰਿਵਰਤਨ ਦਾ ਸਟੇਜ ਕਦੋਂ ਆਇਆ? ਜਦ ਉੱਪਰੋਂ ਦੀ ਚਾਦਰ ਆਈ, ਉਹਦੀ ਸੋਚ ਨੂੰ ਖੁਦਾ ਬਦਲ ਰਿਹਾ ਸੀ, ਉਹਦੀ ਸੋਚ ਨੂੰ ਖੁਦਾ ਬਦਲ ਰਿਹਾ, ਉਹਦੀ ਸੋਚ ਨੂੰ ਖੁਦਾ ਬਦਲ ਰਿਹਾ ਸੀ। ਕਿ ਪਤਰਸ ਤੂੰ ਇੰਨੀ ਦੇਰ ਤੱਕ 4 ਦੀਵਾਰੀ ਦੇ ਅੰਦਰ ਹੀ ਸੋਚਦਾ ਰਿਹਾ। ਕਿਹਦੇ ਅੰਦਰ? ਕਿਹਦੇ ਅੰਦਰ? 4 ਦੀਵਾਰੀ। ਤੂੰ ਸਿਰਫ ਆਪਣੇ ਲੋਕਾਂ ਦੇ ਵਿੱਚ ਹੀ ਬਚਾਉਂਦਾ ਰਿਹਾ।
ਤੂੰ ਆਪਣੇ ਲੋਕਾਂ ਦੇ ਬਾਰੇ ਸੋਚਦਾ ਰਹਿ ਸਿਰਫ ਖੁਦਾ ਨੇ ਇਹਨਾਂ ਲੋਕਾਂ ਨੂੰ ਚੁਣਿਆ, ਇਹਨਾਂ ਲੋਕਾਂ ਨੂੰ ਚੁਣਿਆ। ਪਰ ਦੇਖ ਤੇਰੀ ਸੋਚ ਤੋਂ ਵੱਧ ਕੇ 3 ਵਾਰੀ ਜਦ ਮੈਂ ਤੈਨੂੰ ਕਹਿ ਰਿਹਾ ਉਠੋ ਮਾਰੋ ਔਰ ਖਾਓ, ਤਾਂ ਦੇਖ ਬਾਹਰ ਦੇ ਵੀ ਐਸੇ ਲੋਕ ਜਿਸ ਨੂੰ ਤੁਸੀਂ ਸੋਚਦੇ ਹੋ ਇਹ ਅਸ਼ੁੱਧ ਹਨ, ਜਿਸ ਨੂੰ ਤੁਸੀਂ ਸੋਚਦੇ ਹੋ ਇਹ ਮੇਰੇ ਨਾਲ ਨਹੀਂ ਬੈਠ ਸਕਦੇ, ਜਿਸ ਨੂੰ ਤੁਸੀਂ ਸੋਚਦੇ ਹੋ ਇਹਨਾਂ ਦੇ ਨਾਲ ਮੈਂ ਖਾਣਾ ਪੀਣਾ ਨਹੀਂ ਕਰ ਸਕਦਾ, ਜਿਨ੍ਹਾਂ ਨੂੰ ਤੁਸੀਂ ਸੋਚਦੇ ਹੋ ਇਹ ਜਾਨਵਰਾਂ ਦੇ ਬਰਾਬਰ ਨੇ, ਜਿਸ ਨੂੰ ਤੁਸੀਂ ਐਸਾ ਸੋਚਦੇ ਹੋ ਇਹ ਸਾਡੇ ਮੰਦਿਰ ਸਾਡੇ ਭਵਨ ਦੇ ਅੰਦਰ ਨਹੀਂ ਆ ਸਕਦੇ, ਜਿਸ ਨੂੰ ਤੁਸੀਂ ਸੋਚਦੇ ਹੋ ਕਿ ਇਹ ਲੋਕ ਖੁਦਾ ਦੀ ਆਰਾਧਨਾ ਨਹੀਂ ਕਰ ਸਕਦੇ। ਪਰਮੇਸ਼ਰ ਦੀ ਯੋਜਨਾ ਤੁਹਾਡੇ ਵਾਸਤੇ ਹੀ ਨਹੀਂ, ਪਰਮੇਸ਼ਰ ਨੇ ਉਹਨਾਂ ਦੇ ਨਾਲ ਵੀ ਐਸਾ ਹੀ ਪਿਆਰ ਕੀਤਾ। ਹਾਲੇਲੂਇਆ। ਜਦ ਖੁਦਾ ਨੇ ਉਹਦੀਆਂ ਅੱਖੀਆਂ ਨੂੰ ਖੋਲਿਆ, ਜਦ ਪਰਮੇਸ਼ਰ ਨੇ ਤੀਸਰਾ ਰੈਵਲੇਸ਼ਨ, the third revelation when came to Peter, ਤੀਸਰਾ ਪ੍ਰਕਾਸ਼ ਜਦੋਂ ਪਤਰਸ ਨੂੰ ਪ੍ਰਗਟ ਹੋਇਆ, ਪਤਰਸ ਨੇ ਸਮਝ ਲਿਆ। ਜਦੋਂ ਵਿਅਕਤੀ ਉਹਦੇ ਬੂਹੇ ਤੇ ਖੜੇ ਹੋ ਕੇ ਬੂਹਾ ਖੜਕਾਇਆ ਔਰ ਉਸਨੂੰ ਕਿਹਾ ਕਿ ਪਤਰਸ ਕਿੱਧਰ ਹੈ, ਦੇਖੋ ਸਾਡਾ ਇੱਕ ਵਿਅਕਤੀ ਭਗਤ ਵਿਅਕਤੀ ਤੈਨੂੰ ਬੁਲਾ ਰਿਹਾ ਹੈ, ਉਸਨੂੰ ਸਵਰਗਦੂਤ ਨੇ ਦਰਸ਼ਨ ਦਿੱਤਾ ਹੈ ਔਰ ਉਧਰ ਗਿਆ। ਜਦ ਉਧਰ ਗਿਆ ਵਚਨ ਸੁਣਨਾ, 33 ਆਇਤ ਨੂੰ ਪੜੋ, 32 ਔਰ 33 ਆਇਤ, 31 ਤੋਂ 33 ਆਇਤ ਨੂੰ ਪੜੋ। ਇਧਰ ਇੱਕ ਖਾਸ ਵਚਨ ਹੈ ਜੋ ਮੈਂ ਤੁਹਾਨੂੰ ਸਿਖਾਣਾ ਚਾਹੁੰਦਾ। ਕੁਰਨੇਲੀਅਸ ਦੀ ਪਿਆਸ ਕਿੰਨੀ ਸੀ, ਪੜੋ। ਅਤੇ ਕਹਿੰਦਾ ਸੀ, ਹੇ ਕੁਰਨੇਲੀਅਸ, ਤੇਰੀ ਪ੍ਰਾਰਥਨਾ ਸੁਣੀ ਗਈ ਅਤੇ ਤੇਰੇ ਦਾਨ ਪਰਮੇਸ਼ਰ ਦੀ ਦਰਗਾਹੇ ਯਾਦ ਹੋਏ, ਇਸ ਲਈ ਜਾਪਾ ਵੱਲ ਮਨੁੱਖ ਭੇਜ ਅਤੇ ਸ਼ਮੌਨ ਨੂੰ ਜਿਹੜਾ ਪਤਰਸ ਕਹਾਉਂਦਾ ਹੈ ਬੁਲਵਾ ਲੈ। ਉਹ ਸਮੁੰਦਰ ਦੇ ਕੱਟੇ ਸ਼ਮੌਨ ਖਟੀਕ ਦੇ ਘਰ ਉਤਰਿਆ ਹੈ। ਉਪਰੰਤ ਮੈਂ ਉਸੇ ਵੇਲੇ ਮਨੁੱਖ ਤੇਰੇ ਕੋਲ ਕੱਲੇ ਅਤੇ ਤੂੰ ਚੰਗਾ ਕੀਤਾ ਜੋ ਇੱਥੇ ਆਇਆ। ਸੋ ਹੁਣ ਅਸੀਂ ਸਭੇ ਪਰਮੇਸ਼ਰ ਦੇ ਅੱਗੇ ਹਾਜ਼ਰ ਹਾਂ। ਦੇਖਾ ਲਿਖਿਆ ਕਹਿੰਦਾ ਕਿ ਅਸੀਂ ਤੁਹਾਨੂੰ ਬੁਲਾਇਆ, पर देखो मैं तुरंत तेरे को लोग भेजे, तू भला किता जो आया। अब हम सब यहाँ परमेश्वर के सामने ਹਾਜ਼ਰ ਹਾਂ। कहता कि तुसी परमेश्वर दे दास, तुसी साडे कोल आए हो। ਉਹਦੇ ਪੈਰੀ ਪੈ ਗਿਆ, ਪਤਰਸ ਦੇ ਪੈਰੀ ਪੈ ਗਿਆ। ਯਹੂਦੀ ਲੋਕ ਪੈਰੀ ਨਹੀਂ ਪੈਂਦੇ, ਕੁਰਨੇਲੀਅਸ ਪੈਰੀ ਪੈ ਗਿਆ। ਕਹਿੰਦਾ ਕਿ ਨਾ ਪਾਓ, ਮੈਂ ਵੀ ਤੁਹਾਡੇ ਵਰਗਾ ਸੁੱਖ ਦੁੱਖ ਭੋਗਣ ਵਾਲਾ ਇੱਕ ਆਮ ਬੰਦਾ ਹੈ। ਕੁਰਨੇਲੀਅਸ ਆਮ ਬੰਦਾ ਸੀ, ਬੋਲੋ ਨਹੀਂ, ਇੱਕ ਆਮ ਬੰਦਾ ਸੀ ਨਹੀਂ। ਉਹ ਕਮਾਂਡਰ ਹੈ, कैप्टन है, कैप्टन है, एक औहदा रखने वाला व्यक्ति है, एक फौजी व्यक्ति है। लेकिन जब उसने खुदा दे दास ਨੂੰ ਦੇਖਿਆ उसने अपने आप ਨੂੰ ਨੀਵਾਂ ਕਰਤਾ। ਹਾਲੇਲੂਇਆ। ਕਿਉਂਕਿ ਉਹ ਜਾਣਦਾ ਸੀ ਜੋ ਮੇਰੇ ਕੋਲ ਅਧਿਕਾਰ ਹੈ ਇਹ ਮੈਨੂੰ ਸਰਕਾਰ ਨੇ ਦਿੱਤਾ, ਲੇਕਿਨ ਜੋ ਇਸ ਬੰਦੇ ਨੂੰ ਖੁਦਾ ਨੇ ਅਧਿਕਾਰ ਦਿੱਤਾ ਇਹ ਕਿਸੇ ਸਰਕਾਰ ਨੇ ਨਹੀਂ, ਇਸ ਨੂੰ ਉੱਪਰ ਦੀ ਸਰਕਾਰ ਨੇ स्वर्ग दे वालों ठहराए हुए परमेश्वर ने इसनु अधिकार दिता। हालेलुया, हालेलुया, हालेलुया। उसने अपने आप को परमेश्वर दे दास ते अगे नीवा करता और कहंदा कि देखो असी सब इस जगह दे विच हाजिर हां, जो कुछ परमेश्वर ने तेनू आख्या वो सुनाओ, असी सुनन दे लई बैठे हुए हां, सुनन दे लई बैठे हैं। हालेलुया। परमेश्वर दे दास दे आन तो पहला ही वो अपने पूरे परिवार समेत दूसरे लोगों समेत बैठ के वचन सुनन दे लई तैयार बैठे ने। हालेलुया, हालेलुया, हालेलुया। उसने परमेश्वर दे दास दे उत्ते जो खुदा दा मसा और परमेश्वर द्वारा दिते हुए इख्तियार सी उसनु उसने पहचान लिया। आमीन। हालेलुया, हालेलुया। He humbled himself, उसने अपने आप ਨੂੰ ਨੀਵਾਂ ਕੀਤਾ। लेकिन पतरस ने ਜਦੋਂ सवाल जवाब ਕੀਤਾ ਉਹ ਕਹਿੰਦਾ मैं हुण जान लिया परमेश्वर पक्षपात नहीं करता। परमेश्वर कभी भी पक्षपात नहीं करता। जे खुदा ने यहूदियों ਨੂੰ ਚੁਣਿਆ खुदा ने गैर कौम ਨੂੰ ਵੀ ਚੁਣਿਆ ਹੈ। आमीन। हालेलुया। हालेलुया। परमेश्वर ने जिस ਨੂੰ शुद्ध ਕੀਤਾ ਉਸ ਨੂੰ ਕੋਈ ਵੀ ਅਸ਼ੁੱਧ नहीं कर सकता। जिस ਨੂੰ खुदा ने चुनिया है उस ਨੂੰ ਕੋਈ इनकार ना करे, जिस ਨੂੰ खुदा ने चुनिया है उस ਨੂੰ ਕੋਈ इनकार ना करे। उस ਨੂੰ ਕੋਈ इनकार ना करे। वचन कहता है जब वो बैठ के एक साथ बैठ के वचन ਨੂੰ सुन रहे सन, ਗੱਪਾਂ नहीं सी मार रहे, ਗੱਲਾਂ नहीं सी कर रहे, इधर उधर ਦੀਆਂ ਚੁਗਲੀਆਂ ਪਿਛੋਕੜ नहीं सी ਪੁੱਛ ਰਹੇ, ਧਿਆਨ ਹਟਾਉਣ ਵਾਲੀ ਕੋਈ ਗੱਲ नहीं सी कर रहे। ਕਹਿੰਦਾ ਦੇਖੋ ਅਸੀਂ ਸਾਰੇ ਬੈਠੇ ਆ, ਅਸੀਂ ਸਾਰੇ बैठे हैं ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬੈਠੇ ਆ। ਹਾਲੇਲੂਇਆ, हालेलुया। ਸੁਣਾਓ ਖੁਦਾ ਤੁਹਾਡੇ ਨਾਲ ਕੀ ਗੱਲਾਂ ਕਰ ਰਿਹਾ ਹੈ, ਅਸੀਂ ਸੁਣਨ ਦੇ ਲਈ ਤਿਆਰ ਆ, आमीन। ਅਸੀਂ ਸੁਣਨ ਦੇ ਲਈ तैयार हैं। ਹਾਲੇਲੂਇਆ। हालेलुया। ਯਹੂਦੀਆਂ ਦਾ ਗੈਰ ਕੌਮਾਂ ਦਾ ਰੀਤ ਰਿਵਾਜ ਅਲੱਗ ਸੀ,
ਯਹੂਦੀਆਂ ਦਾ ਗੈਰ ਕੌਮਾਂ ਦਾ ਲਿਬਾਸ ਅਲੱਗ ਸੀ, ਯਹੂਦੀਆਂ ਦਾ ਗੈਰ ਕੌਮਾਂ ਦਾ ਖਾਣਾ ਪੀਣਾ ਅਲੱਗ ਸੀ, ਯਹੂਦੀਆਂ ਦਾ ਗੈਰ ਕੌਮਾਂ ਦਾ ਰੀਤ ਰਿਵਾਜ ਟੋਟਲੀ ਡਿਫਰੈਂਟ ਸੀ। ਲੇਕਿਨ ਜਦ ਪਤਰਸ ਉਸ ਜਗ੍ਹਾ 'ਚ ਵਿੱਚ ਗਿਆ, ਉਸਨੇ ਆਪਣੇ ਆਪ ਨੂੰ ਹਲੀਮ ਕੀਤਾ, ਵਚਨ 'ਚ ਲਿਖਿਆ ਉਸਨੇ ਵਿਸ਼ਵਾਸ ਕੀਤਾ, ਬਪਤਿਸਮਾ ਲਿਆ, ਪਵਿੱਤਰ ਆਤਮਾ ਉਹਨਾਂ ਦੇ ਉੱਤੇ ਵਚਨ ਸੁਣਦੇ ਸੁਣਦੇ ਹੀ ਉਤਰ ਆਇਆ। ਜਦ ਪਵਿੱਤਰ ਆਤਮਾ ਉਹਨਾਂ ਦੇ ਉੱਤੇ ਉਤਰ ਆਇਆ, ਉਸਨੇ ਇਸ ਗੱਲ ਨੂੰ ਸਮਝ ਲਿਆ, ਮੋਹਰ ਲੱਗ ਗਈ, ਖੁਦਾ ਨੇ ਇਹਨਾਂ ਨੂੰ ਕਬੂਲ ਕਰ ਲਿਆ। ਖੁਦਾ ਨੇ ਇਹਨਾਂ ਨੂੰ ਜਦ ਪਵਿੱਤਰ ਆਤਮਾ ਉਹਨਾਂ ਦੇ ਉੱਤੇ ਵੀ ਉਤਰ ਕੇ ਆਇਆ, ਉਹਨੇ ਸੋਚਿਆ ਜਿਸ ਤਰ੍ਹਾਂ ਪੈਂਤੀਕੋਸ ਦੇ ਦਿਨ ਯਹੂਦੀਆਂ ਦੇ ਉੱਤੇ ਆਤਮਾ ਉਤਰ ਕੇ ਆਇਆ, ਇਹ ਤੇ ਗੈਰ ਕੌਮਾਂ ਦੇ ਉੱਤੇ ਵੀ ਆਤਮਾ ਉਤਰ ਕੇ ਆ ਰਿਹਾ ਹੈ। ਕੁਰਨੇਲੀਅਸ ਪਹਿਲਾ ਗੈਰ ਕੌਮ ਦਾ ਵਿਅਕਤੀ ਸੀ ਜਿਸ ਨੇ ਪਰਮੇਸ਼ਰ ਦੇ ਕੋਲੋਂ ਆਤਮਾ ਨੂੰ ਪਾਇਆ। ਹਾਲੇਲੂਇਆ, 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 ਹਾਲੇਲੂਇਆ। ਮੇਰੇ ਪਿਆਰੇ ਰੱਬ ਦੇ ਲੋਕੋ, ਤੁਸੀਂ ਔਰ ਮੈਂ ਸਭ ਪਰਮੇਸ਼ਰ ਦੀ ਮਹਿਮਾ ਤੋਂ ਬਾਹਰ ਸਾਂ, ਲੇਕਿਨ ਤੁਸੀਂ ਭਗਤੀ ਕਰੋ, ਤੁਸੀਂ ਪਰਮੇਸ਼ਰ ਦੇ ਵਿੱਚ ਬਣੇ ਰਹੋ, ਇੱਕ ਪੀੜ੍ਹੀ ਖੁਦਾ ਦੀ ਸੇਵਾ ਕਰਦੀ ਰਵੇ, ਭਗਤੀ ਦੇ ਨਾਲ ਚਲੋ, ਪ੍ਰਾਰਥਨਾ ਦੇ ਲਈ ਸਮਾਂ ਨੂੰ ਅਰਪਣ ਕਰੋ, ਪਰਮੇਸ਼ਰ ਦਰਸ਼ਨ ਵੀ ਦਿਖਾਏਗਾ, ਖੁਦਾ ਆਪਣੇ ਦਾਸਾਂ ਨੂੰ ਤੁਹਾਡੇ ਕੋਲ ਕੱਲੇਗਾ। ਹਾਲੇਲੂਇਆ, ਹਾਲੇਲੂਇਆ, ਦਾਸਾਂ ਨੂੰ ਤੁਹਾਡੇ ਕੋਲ ਕੱਲੇਗਾ। ਬੜੀ ਹੈਰਾਨੀ ਵਾਲੀ ਗੱਲ ਹੈ, ਪਿਛਲੇ ਸਮਿਆਂ ਦੇ ਵਿੱਚ ਅਸੀਂ ਪੜ੍ਹਿਆ ਸੀ, ਪੌਲੁਸ ਨੂੰ ਖੁਦਾ ਨੇ ਅੰਨਾ ਕੀਤਾ, ਉਸ ਨੂੰ ਵੀ ਖੁਦਾ ਨੇ ਆਪਣੇ ਦਾਸ ਨੂੰ ਭੇਜ ਕੇ ਉਹਦੇ ਤੇ ਹੱਥ ਰਖਵਾਇਆ, ਉਹਦੀ ਅੱਖਾਂ ਤੇ ਕੋਈ ਛਿਲਕੇ ਲੱਥ ਗਏ। ਉਸਨੇ ਵੀ ਇਸ ਗੱਲ ਨੂੰ ਜਾਣਿਆ, ਭਾਵੇਂ ਮੈਂ MP ਹਾਂ, ਭਾਵੇਂ ਮੈਂ ਮੈਂਬਰ ਆਫ ਪਾਰਲੀਮੈਂਟ ਵਰਗਾ ਪੋਜੀਸ਼ਨ ਰੱਖਦਾ ਹਾਂ, ਮੇਰੇ ਕੋਲ ਪਾਵਰ ਹੈ, ਮੇਰੇ ਕੋਲ ਤਾਕਤ ਹੈ, ਤੇ ਵੀ ਉਹ ਜਾਣਦਾ ਸੀ ਮੇਰਾ ਗਿਆਨ ਅਧੂਰਾ ਹੈ, ਮੇਰੀਆਂ ਗੱਲਾਂ ਅਧੂਰੀਆਂ ਨੇ, ਮੈਨੂੰ ਕੋਈ ਸਿਖਾਉਣ ਵਾਲੇ ਵਿਅਕਤੀ ਦੀ ਲੋੜ ਹੈ। ਇਸੇ ਤਰ੍ਹਾਂ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਪੜ੍ਹਿਆ, ਖੋਜਾ ਵਿਅਕਤੀ ਵਚਨ ਨੂੰ ਪੜ੍ਹ ਰਿਹਾ ਸੀ, ਲੇਕਿਨ ਪੜ੍ਹਨਾ ਵੀ ਅਧੂਰਾ ਸੀ। ਖੁਦਾ ਨੇ ਆਪਣੇ ਦਾਸ ਨੂੰ ਉਹਦੇ ਕੋਲ ਭੇਜਿਆ, ਕਹਿੰਦਾ ਕਿ ਜਦ ਤੱਕ ਕੋਈ ਨਾ ਸਮਝਾਏ ਮੈਂ ਕਿਵੇਂ ਸਮਝਾਂ। ਜਦ ਉਸਨੇ ਸਮਝਾਇਆ, ਉਸਨੇ ਵਚਨ ਨੂੰ ਕਬੂਲ ਕੀਤਾ, ਬਪਤਿਸਮਾ ਲਿਆ। ਹਾਲੇਲੂਇਆ, ਹਾਲੇਲੂਇਆ। ਕੁਰਨੇਲੀਅਸ ਵੀ ਭਾਵੇਂ ਭਗਤ ਸੀ, ਦਾਨ ਦਿੰਦਾ ਸੀ, ਦਾਨ ਪੁੰਨ ਕਰਨ ਵਾਲਾ, ਨਿਤ ਪ੍ਰਾਰਥਨਾ ਕਰਨ ਵਾਲਾ, ਸਭ ਕੁਝ ਹੈ, ਤੇ ਵੀ ਤੋਬਾ ਨਹੀਂ ਕੀਤੀ, ਬਪਤਿਸਮਾ ਨਹੀਂ ਲਿਆ, आत्मा नहीं पाया, सब कुछ अधूरा, सब कुछ खालीपन। लेकिन जब परमेश्वर ने दास के अंदर आके उसने अपने आप को अधीन किया, परमेश्वर के वचन कबूल किया, देखो तौबा भी किया, बपतिस्मा भी लिया, पवित्र आत्मा भी उहदे उत्ते उतर के आया। हालेलुया, पवित्र आत्मा भी उहदे उत्ते उतर गया, उहदे उत्ते नहीं सारे घराने दे उत्ते उतर के आया। यहूदी लोग ऐसा नहीं सी सोचते। जब याकूब भज के गया उत्पत्ति 28 बाब दे विच उस प्रकार नाल कहता है मैं सोचा कि शायद परमेश्वर इत्थे है नहीं। उस प्रकार नाल कहता है याहवे इज इन दिस प्लेस एंड आई न्यू नॉट, कहता है खुदा इस जगह दे विच है और मैं जानता ही नहीं सी, मैं जानता ही नहीं सी। योनान अभी खुदा दी हजूरी तो भजया लिखिया, और कैन दे बारे में लिखिया कैन भी खुदा दी हजूरी तो भजया। यहूदी लोग इस प्रकार नाल, यहूदी लोग जो परमेश्वर ਨੂੰ ਜਾਣਦੇ ਸਨ, ਉਹਨਾਂ ਨੇ ਵੀ ਕਿਹਾ ਦੇਖੋ ਅਸੀਂ ਜਾਣਿਆ ਹੀ ਨਹੀਂ ਕਿ ਪਰਮੇਸ਼ਰ ਦੀ ਹਜ਼ੂਰੀ ਇੱਥੇ ਹੈ। ਲੇਕਿਨ ਇਹ ਗੈਰ ਕੌਮ ਦਾ ਵਿਅਕਤੀ ਕੀ ਕਹਿੰਦਾ ਹੈ, ਤੁਸੀਂ ਆਏ ਹੋ, ਦੇਖੋ ਅਸੀਂ ਸਭ ਇਕੱਠੇ ਹਾਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ, ਸਾਨੂੰ ਸੁਣਾਓ ਕਿ ਪਰਮੇਸ਼ਰ ਸਾਡੇ ਨਾਲ ਕੀ ਗੱਲਾਂ ਕਰਨਾ ਚਾਹੁੰਦਾ ਹੈ। ਹਾਲੇਲੂਇਆ, ਤੁਸੀਂ ਖੁਦਾ ਦੀ ਆਵਾਜ਼ ਨੂੰ ਸੁਣਨ ਦੇ ਲਈ ਪਰਮੇਸ਼ਰ ਦੀ ਹਜ਼ੂਰੀ 'ਚ ਬੈਠਣਾ, ਪਰਮੇਸ਼ਰ ਤੁਹਾਡੇ ਨਾਲ ਗੱਲਾਂ ਕਰੇਗਾ। ਆਮੇਨ, परमेश्वर तुहाडे नाल गल्लां करेगा, स्वर्गीय दर्शन के द्वारा तुहाडे नाल गल्लां करेगा। एक बन्ने कोई हलचल होएगी, खुदा दूसरे बन्ने भी दूसरी थां दे विच भी किसी ना किसी नूं दर्शन के द्वारा तुहाडे लई जरूर भेजेगा, आमेन, जरूर भेजेगा। कई बारी कई सवाल साडे मन दे अंदर हुंदे है, सानूं नहीं पता लगदा, लेकिन ओहदा उत्तर पाउण दे वास्ते खुदा किते ना किते व्यक्ति नूं तुहाडे लई तैयार कर रहा है। लेकिन सच्चाई दे नाल प्रभु दी आराधना करो, सच्चाई नूं प्रैक्टिकल दे विच लैके आना, तुहाडी भगती तुहाडी आराधना प्रैक्टिकल रूप दे नाल तब्दील होने पाए। हालेलुया, हालेलुया, हालेलुया। तौबा करना उसनूं पता लगा मैं भगत बंदा रहा, लेकिन तौबा दी कमी सी, बपतिस्मे दी कमी सी, बपतिस्मे दी कमी सी। मैं इन्ना दान पुण्य करता रहा, भगती करता रहा, प्रार्थना करता रहा, पर पवित्र आत्मा दी कमी सी, बोलो कमी सी। मैं सोचता सी
मैं यहूदिया के अनुसार चल रहा है, एक परमेश्वर ਨੂੰ ਮੰਨਦਾ, लेकिन उस परमेश्वर की आराधना करने वाला, वचन ਨੂੰ सिखाने वाला मेरे को नहीं आया या मैं ਉਹਦੇ ਕੋਲ नहीं गया, उस दास ਦੀ ਕੀ ਸੀ? कमी सी। लेकिन जब पतरस आया फुल पैकेज लेके आया, फुल पैकेज लेके आया। कहते मैं सिर्फ तेनों वचन ही नहीं सुनावांगा, मैं तेनों तौबा भी करावांगा, मैं तेनों बपतिस्मा भी देवांगा, तेरे उत्ते हाथ भी रखांगा, खुदा अपना पवित्र आत्मा का दान भी तेनों देवेगा। हालेलुया, हालेलुया। सो सुनो, शायद हो सकता है तुसी मसीह परिवार दे विच जन्म लिया, हो सकता है बड़े चिर तो तुसी दान पुण्य भी करते रहे, हो सकता है तुसी प्रार्थना भी करते रहे होणगे, एक परमेश्वर के बारे सुनिया, दुआवां ही करते होणगे, लेकिन जे तौबा नहीं की, बपतिस्मा नहीं लिया, आत्मा नहीं पाया, कमी है। ए रोजे किहदे लई है? उस कमी नूं दूर करन दे लई, उस कमी नूं पूरा करन दे लई। ये ना सोचना खुदा दी हजूरी सी और मैनूं पता ही नहीं लगा। खुदा दी हजूरी सी, मैनूं पता ही नहीं लगा। उत्पत्ति 28 बाब ते याकूब कहता है खुदा इस जगह 'च मौजूद सी, मैनूं पता ही नहीं लगा, मैनूं पता ही नहीं लगा। ऐसा कोई भी ना होवे। कुरनेलियस कहता है तुसी आए हो, देखो खुदा दी हजूरी दे विच असीं सब बैठे हैं, सानूं सुनाओ। तुसी जिधर भी जाओगे खुदा दी हजूरी दा प्रभाव तुहाडे उत्ते होने पाए, तुहाडे परिवारां दे विच होने पाए। सारे अपने अखां नूं बंद करिए। कुरनेलियस नूं वचन ना सुनना जरूरी सी। कुरनेलियस दा वचन दे उत्ते प्रभु यीशु मसीह ते विश्वास करना जरूरी सी। कुरनेलियस नूं तौबा करना जरूरी सी। मेरे प्यारे रब दे लोगों, सिर्फ कल्ले हो के चलना काफ़ी नहीं है। परमेश्वर दे नाल जुड़ना, ਉਹਦੇ ਦਾਸਾਂ ਦੇ ਨਾਲ जुड़ना, घर बैठ के प्रार्थना करना ही काफ़ी नहीं है। संगति ਦੇ ਵਿੱਚ जुड़ना, परमेश्वर ਦੇ ਲੋਕਾਂ ਦੇ ਨਾਲ बने रह के बरकतां ਨੂੰ पाना जरूरी है। कुरनेलियस ने इख्तियार ਨੂੰ पहचानिया, उसने इख्तियार ਨੂੰ पहचान लिया, अथॉरिटी ਨੂੰ पहचान लिया। मेरा पावर की है, लेकिन मेरे तो भी बड़ा एक व्यक्ति है जिसनों खुदा ने अधिकार दिता है। मैं अपने आप को उसके अधीन करदा, अपने आप को उसके अधीन करदा। वचन च लिखिया यहोवा दा भय मनना और अधीनगी दा फल, अधीनगी ते यहोवा दे भय मनन दा फल धन, आदर अते जीवन है। खुदा दियां बरकतां नूं पाना है तां पहला खुदा तुहाडी भगती नूं कबूल करे। तुसी तौबा करो। 30 तरीक ਨੂੰ बपतिस्मे है, बपतिस्मा लो, डुबकी दा बपतिस्मा लो। पवित्र आत्मा तुहाडे उत्ते आएगा, तुहानूं स्वर्गीय दर्शन दिखाएगा, तुहानूं गाइड करेगा। सिर्फ इस 4 दीवारी दे अंदर रहने दे लई नहीं, इस तो बाहर भी खुदा तुहानूं इस्तेमाल करेगा, इस तो बाहर भी खुदा तुहानूं इस्तेमाल करेगा। लेकिन अपने मन नूं खोलो, अपने दिल नूं प्रभु दे लई अर्पण करो। खुदा मैनूं दर्शन दिखा, ऐ परमेश्वर मैनूं दर्शन दिखा, ऐ खुदा तू मैनूं दर्शन दिखा। खुदा तुहानूं अपना दर्शन दिखाने पाए, खुदा तुहानूं अपना दर्शन दिखाने पाए। कई सवाल दा उत्तर तुहाडे कोल नहीं है। चुना दे वसीले ने दिनां दे विच गलबात करे। प्रभु नूं कहो खुदावंदा इन्हां दिनां दे विच मैनूं दर्शनां दे वसीले गलबात करो। मैनूं तेरे स्वर्ग दर्शन की लोड़ है, कई कठिन गल्लां नूं सिखाण दी लोड़ है। प्रभु जी तुसीं मैनूं दर्शन दिखाओ। हालेलुया। साडे स्वर्गीय पिता, असीं अपने आप नूं तेरे अधीन करदे हां। भावें असीं पढ़े लिखे होण, ज्ञानी होण, धनवान होण, दुनिया दे विच एक अच्छा नाम कमाया होवे, शोहरत कमाई होवे, भगत व्यक्ति दे वांगू चलदे भी होइए, बहुत दान पुण्य करते हुए भी होइए, ते भी एक मुक्तिदाता प्रभु यीशु मसीह की लोड़ है। तेरे राहां दे विच जो अधूरापन है उसनूं पूरा करन दी लोड़ है। प्यारे प्रभु, मैं तुहाडे अगे प्रार्थना करदा, कुरनेलियस ने अपने दिल नूं तेरे लिए खोलिया, अपने दिल नूं तेरे लिए खोलिया। तुसी कुरनेलियस दी दुआवां नूं भी कबूल किया, उसके दान नूं भी कबूल किया, लेकिन
ਜੋ ਉਸ ਦੀ ਕਮੀ ਸੀ ਉਸ ਕਮੀ ਨੂੰ ਦੂਰ ਕਰਨ ਦੇ ਲਈ ਵੀ ਉਸਨੇ ਆਪਣੇ ਦਿਲ ਨੂੰ ਖੋਲ੍ਹਿਆ। ਤੁਸੀਂ ਉਸ ਨੂੰ ਆਸ਼ੀਸ਼ ਦਿੱਤੀ, ਉਹਦੀ ਗਵਾਹੀ ਬਣਾਈ। ਯਹੂਦੀਆਂ ਦੇ ਵਿੱਚ ਜੋ ਮਸੀਹ ਦੇ ਵਿੱਚ ਆਏ ਸਨ ਉਹਨਾਂ ਦੇ ਵਿੱਚ ਵੀ ਤੇਰੀ ਬੜੀ ਗਵਾਹੀ ਬਣੀ ਕਿ ਦੇਖੋ ਕੁਰਨੇਲੀਅਸ ਦਾ ਘਰ ਕਿੰਨਾ ਮੁਬਾਰਕ ਹੋਇਆ, ਕੁਰਨੇਲੀਅਸ ਦਾ ਘਰ ਕਿੰਨਾ ਮੁਬਾਰਕ ਹੋਇਆ। प्यारे प्रभु, मैं और मेरा घराना यहोवा की सेवा करांगे। जिस तरह यहोशू ने किया, असी अपने पूरे घराने समेत तेरी सेवा करने वाले बनीए। खुदावंदा प्रार्थना करदा इस पुठे जमाने दे विच भगत व्यक्तियों नूं खड़ा करना, प्रार्थना ना करने वाले लोगों दे विच प्रार्थना करने वाले लोगों नूं खड़ा करो। दर्शन दी कमी वाले समय दे विच दर्शन देखण वालियां नूं खड़ा करो। अपने दासां नूं खड़ा करो जिहड़े ऐसे लोकां दी अगुवाई करदे ने, तुसीं इन्हां नूं भी बल देना। यीशु मसीह दे नाम च मंगदा।